ਗੁਰ ਆਪਣੇ ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰ ਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਗੁਰ ਬਾਣੀ ਲਾਗੇ ਤਿਨ ਹੱਥ ਚੜਿਆ। ਨਿਰਮੂਲਕ ਰਤਨ ਅਪਾਰਾ। ਹਰ ਹਰ ਨਾਮ ਅਤੋਲਕ ਪਾਇਆ। ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ। ਇਕ ਵਸਤ ਅਨੂਪ ਦਿਖਾਈ। ਗੁਰ ਗੋਵਿੰਦ ਗੋਵਿੰਦ ਗੁਰੂ ਹੈ। ਨਾਨਕ ਭੇਦ ਨਾ ਪਾਈ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੈ ਧਰਮ ਧਰੇ ਧਰਮਾਪੁਰ। ਗੁਣਕਾਰੀ ਮਨ ਧੀਰਾ। ਧਰੈ ਧੂਲ ਪੜੈ ਮੁਖ ਮਸਤਕ। ਕੰਚਨ ਭਏ ਮਨੂਰਾ। ਤੈ ਧਰਮ ਧਰੇ ਧਰਮਾਪੁਰ। ਗੁਣਕਾਰੀ ਮਨ ਧੀਰਾ। ਧਰੈ ਧੂਲ ਪੜੈ ਮੁਖ ਮਸਤਕ। ਕੰਚਨ ਭਏ ਮਨੂਰਾ। ਤਨ ਧਰਣੀ ਤਰ ਆਪੇ ਅਜਨੀ। ਤੋੜ ਬੋਲ ਸੱਚ ਪੂਰਾ। ਇੱਥੋਂ ਵਾਲੇ ਪੱਖੇ ਸਾਰੇ ਬੰਦ ਕਰ ਦਿਓ। ਕਰਤੇ ਕੀ ਮਿਲ ਕਰਤਾ ਜਾਣੈ। ਕੈ ਜਾਣੈ ਗੁਰ ਸੂਰਾ। ਧਨ ਧਰਣੀ ਤਾਰੇ ਆਪੇ ਅਜੋਨੀ। ਤੋਲ ਬੋਲ ਸੱਚ ਪੂਰਾ। ਕਰਤੇ ਕੀ ਮਿਤ ਕਰਤਾ ਜਾਣੈ। ਕੈ ਜਾਣੈ ਗੁਰ ਸੂਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾ ਹਰ ਪੀਰ ਜਗਤ ਗੁਰ ਬਾਬਾ। ਕੋਟ ਬ੍ਰਹਮੰਡ ਕੋ ਠਾकुर ਸੁਆਮੀ। ਸਰਬ ਜੀਆ ਕਾ ਦਾਤਾ ਵੇ। रोम रोम कोट ब्रह्मांड को निवास जास। मानस अवतार धार दर्श दिखाए हैं। जिस वाहिगुरु परमेश्वर दे एक एक रोम दे विच करोड़ां खंडां ब्रह्मंडां दा वासा है।
ਉਸ ਨਿਰੰਕਾਰ ਨੇ ਜਦੋਂ ਸਾਕਾਰ ਰੂਪ ਧਾਰਨ ਕੀਤਾ, ਮਨੁੱਖਾ ਸਰੂਪ ਧਾਰਨ ਕੀਤਾ, ਕਲਯੁਗੀ ਜੀਵਾਂ ਦੇ ਪਾਰ ਉਤਾਰੇ ਵਾਸਤੇ, ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਰੂਪ ਦੇ ਵਿੱਚ ਦਰਸ਼ਨ ਦਿੱਤੇ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਧਰਤੀ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ, ਗੁਰ ਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ, ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ, ਲੋਕ ਪਰਲੋਕ ਕੇ ਰੱਖਕ ਕਲਿਆਣਕਾਰੀ, ਤਖਤ ਚੌਰ ਛਤਰ ਦੇ ਮਾਲਕ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਲੜੀਵਾਰ ਰੂਪ ਦੁਆਰਾ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ। ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਓਅੰਕਾਰ ਜਿਸ ਦਾ ਨਾਮ ਹੈ, ਔਰ ਜਿਸ ਨੂੰ ਗੁਰੂ ਕਾ ਖਾਲਸਾ ਪੰਥ ਦੱਖਣੀ ਓਅੰਕਾਰ ਵੀ ਕਹਿੰਦਾ ਹੈ। ਇਸ ਬਾਣੀ ਦੇ ਦੋਵੇਂ ਨਾਮ ਹਨ। ਦੱਖਣੀ ਓਅੰਕਾਰ ਵੀ ਇਸ ਨੂੰ ਕਿਹਾ ਜਾਂਦਾ ਹੈ, ਤਾਂ ਦੱਖਣੀ ਜਾਤੀ ਮਨ ਕਰਕੇ ਓਅੰਕਾਰ ਵੀ ਬਾਣੀ ਦਾ ਨਾਮ ਕਿਹਾ ਜਾਂਦਾ ਹੈ। ਰਾਮਕਲੀ ਮਹੱਲਾ ਪਹਿਲਾ, ਦੱਖਣੀ ਓਅੰਕਾਰ। ਤਾਂ ਇਹ ਰਾਮਕਲੀ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਜੋ ਸਤਿਗੁਰੂ ਜੀ ਨੇ ਮੱਧ ਪ੍ਰਦੇਸ਼ ਦੇ ਵਿੱਚ ਨਰਮਦਾ ਨਦੀ ਦੇ ਕੰਢੇ ਤੇ ਜੋ ਮਹਾਦੇਵ ਦਾ ਮੰਦਿਰ ਹੈ, ਉਸ ਥਾਂ ਤੇ ਜੋ ਪੰਡਤ ਬੱਚਿਆਂ ਨੂੰ ਪੜ੍ਹਾ ਰਿਹਾ ਸੀ, ਤਾਂ ਪਹਿਲਾਂ ਉਹ ਨਮੋ ਲਿਖ ਕਰਕੇ, ਸਿਦੰ ਮਾਇਆ ਲਿਖ ਕਰਕੇ, ਤਾਂ ਮਹਾਰਾਜ ਸਾਹਿਬ ਜੀ ਨੇ ਉਸ ਪੰਡਤ ਨੂੰ ਉਪਦੇਸ਼ ਦਿੰਦਿਆਂ ਹੋਇਆਂ ਇਹ ਪਵਿੱਤਰ ਬਾਣੀ 54 ਪੌੜੀਆਂ ਵਾਲੀ ਉਚਾਰਨ ਕੀਤੀ ਹੈ, ਜਿਸ ਦੀਆਂ ਸਾਧ ਸੰਗਤ ਜੀ 2 ਪੌੜੀਆਂ ਪਿੱਛੇ ਹੋ ਚੁੱਕੀਆਂ ਹਨ। ਤੇ ਇਸੇ ਤਰ੍ਹਾਂ ਇਸ ਬਾਣੀ ਦੇ ਅੰਦਰ 2 ਰਹਾਉ ਦੀਆਂ ਤੁਕਾਂ ਹਨ, ਉਹਨਾਂ ਦੀ ਵਿਚਾਰ ਵੀ ਹੋ ਚੁੱਕੀ ਹੈ। ਉਂਝ ਮਹਾਰਾਜ ਸਾਹਿਬ ਜੀ ਨੇ ਇਹ ਸਰਲੇਖ ਪੌੜੀ ਨਹੀਂ ਦਿੱਤਾ ਹੈ, ਨਾ ਪੌੜੀ ਨਾ ਸ਼ਲੋਕ ਸਰਲੇਖ ਕੋਈ ਵੀ ਨਹੀਂ ਦਿੱਤਾ ਹੈ, ਪਰ ਸੁਭਾਵਕ ਗੁਰਮੁਖ ਇਹ ਪੌੜੀਆਂ ਅੱਖਰ ਵਰਤਿਆ ਜਾਂਦਾ ਹੈ। ਇਸ ਬਾਣੀ ਦੀਆਂ 53 ਪੌੜੀਆਂ ਹਨ। ਜਿਵੇਂ ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਸੁਭਾਵਕ ਕਹਿੰਦੇ ਹਾਂ ਕਿ ਜਪਜੀ ਸਾਹਿਬ ਦੀਆਂ 38 ਪੌੜੀਆਂ ਹਨ। ਹੁਣ ਉੱਥੇ ਵੀ ਸਰਲੇਖ ਤਾਂ ਕੋਈ ਨਹੀਂ ਦਿੱਤਾ ਹੈ, ਲਿਖਿਆ ਤੇ ਹੋਇਆ ਨਹੀਂ ਹੈ ਪੌੜੀ ਹੈ, ਪਰ ਸੁਭਾਵਕ ਉਹਨਾਂ ਨੂੰ ਆਪਾਂ ਪੌੜੀਆਂ ਕਹਿੰਦੇ ਹਾਂ। ਇਸੇ ਤਰ੍ਹਾਂ ਇਸ ਬਾਣੀ ਦੀਆਂ 54 ਪੌੜੀਆਂ ਹਨ।
ਤਾਂ ਪਹਿਲੇ ਪੌੜੀ ਦੇ ਅੰਦਰ, ਪਹਿਲੇ ਸ਼ਬਦ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਸੰਸਾਰ ਦੀ ਸ੍ਰਿਸ਼ਟੀ ਦੀ ਰਚਨਾ ਦਾ ਜ਼ਿਕਰ ਕੀਤਾ ਕਿ ਉਹ ਵਾਹਿਗੁਰੂ ਪਰਮੇਸ਼ਰ ਨੇ ਓੰਕਾਰ ਦੀ ਧੁਨੀ ਦੁਆਰਾ ਹੀ ਉਹ ਮੰਗਲ ਸਰੂਪ ਨੇ ਸਾਰੀ ਰਚਨਾ ਕੀਤੀ ਹੈ। ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਿਨ ਚੇਤ ਓੰਕਾਰ ਸੈਲ ਜੁਗ ਭਾਈ ਓੰਕਾਰ ਵੇਦ ਨਿਰਮਯ ਓੰਕਾਰ ਸ਼ਬਦ ਬੁਧਰੇ ਓੰਕਾਰ ਗੁਰਮੁਖ ਤਰੇ ਓ ਨਾਮ ਅੱਖਰ ਸੁਣੋ ਵਿਚਾਰ ਓ ਨਾਮ ਅੱਖਰ ਤਿਰਭਾਵਨ ਸਾਰ। ਇਹ ਪਹਿਲੀ ਪੌੜੀ 'ਚ ਮਹਾਰਾਜ ਸਾਹਿਬ ਜੀ ਨੇ ਓੰਕਾਰ ਸ਼ਬਦ ਦੁਆਰਾ ਹੀ ਦੱਸਿਆ ਕਿ ਸਾਰੀ ਸ੍ਰਿਸ਼ਟੀ ਪਰਮੇਸ਼ਰ ਨੇ ਪੈਦਾ ਕੀਤੀ ਹੈ। ਫਿਰ ਹਾਉ ਦੀਆਂ ਦੋ ਤੁਕਾਂ ਉਚਾਰਨ ਕੀਤੀਆਂ, ਸੁਣ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਕਿਹੇ ਪੰਡਤ ਜੀ ਕੀ ਜੰਜਾਲ ਇਹ ਲਿਖਦੇ ਹੋ ਵੀ ਸੰਸਾਰੀ ਵਿਦਿਆ ਜਿਹੜੀ ਹੈ ਇਹਦਾ ਲਿਖਣਾ ਕੀ ਕਰਦੇ ਹੋ? ਪਰਮਾਰਥੀ ਵਿਦਿਆ ਤੋਂ ਬਿਨਾ, ਪ੍ਰਭੂ ਦੇ ਨਾਮ ਤੋਂ ਬਿਨਾ ਇਹ ਸੰਸਾਰੀ ਵਿਦਿਆ ਜਿਹੜੀ ਇਹ ਜੰਜਾਲ ਹੀ ਪਾਉਂਦੀ ਹੈ, ਬੰਧਨਾਂ ਵਿੱਚ ਹੀ ਜੀਵਨ ਨੂੰ ਬੰਨ੍ਹਦੀ ਹੈ। ਲਿਖਣਾ ਕਰੋ ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਗੁਰੂਮੁਖ ਦੁਆਰਾ ਉਪਦੇਸ਼ ਲੈ ਕੇ ਗੋਪਾਲ ਜੋ ਪ੍ਰਿਥਵੀ ਦਾ ਪਾਲਣਹਾਰ ਹੈ, ਸਰਬ ਵਿਆਪਕ ਰਾਮ ਹੈ, ਉਹਦੇ ਨਾਮ ਨੂੰ ਲਿਖਣਾ ਕਰ ਔਰ ਇਹਨਾਂ ਬੱਚਿਆਂ ਨੂੰ ਪੜ੍ਹਾਉਣਾ ਕਰ। ਜੋ ਉਹ ਨਮੋ ਲਿਖਦਾ ਹੈ ਇਹਦਾ ਅਰਥ ਵੀ ਇਹਨਾਂ ਨੂੰ ਪੜ੍ਹਾ ਵੀ ਉਹ ਪਰਮੇਸ਼ਰ ਮੰਗਲ ਸਰੂਪ ਹੈ, ਉਹ ਹੀ ਨਮਸਕਾਰ ਕਰਨ ਦੇ ਯੋਗ ਹੈ। ਓੰਕਾਰ ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਸਰਬ ਕਲਾ ਸਮਰੱਥ ਹੈ। ਉਹਦੇ ਨਾਮ ਨੂੰ ਇਹ ਪੱਟੀ ਤੇ ਲਿਖ ਕਰਕੇ ਇਹ ਇਹਨਾਂ ਬਾਲਕਿਆਂ ਨੂੰ, ਵਿਦਿਆਰਥੀਆਂ ਨੂੰ ਪੜ੍ਹਾਉਣਾ ਕਰ ਅਥਵਾ ਆਪਣੇ ਹਿਰਦੇ ਵਿੱਚ ਵੀ ਉਸ ਸਰਬ ਵਿਆਪਕ ਪ੍ਰਭੂ ਦੇ ਨਾਮ ਨੂੰ ਲਿਖਣਾ ਕਰ। ਇਹ ਦੋ ਪੰਕਤੀਆਂ ਇਸ ਸਾਰੀ ਬਾਣੀ ਵਿੱਚ ਰਹਾਉ ਦੀਆਂ ਤੁਕਾਂ ਹਨ। ਇਸੇ ਤਰ੍ਹਾਂ ਜਿਵੇਂ ਸੁਖਮਨੀ ਸਾਹਿਬ ਦੀ ਬਾਣੀ ਵੇਖੋ 24 ਸ਼ਲੋਕ ਹੈ, 24 ਅਸ਼ਟਪਦੀਆਂ ਹਨ, 24,000 ਅੱਖਰ ਹੈ ਸੁਖਮਨੀ ਸਾਹਿਬ ਦੀ ਬਾਣੀ ਦਾ, ਪਰ ਸਾਰੀ ਬਾਣੀ ਦੇ ਵਿੱਚ ਰਹਾਉ ਦੀਆਂ ਤੁਕਾਂ ਦੋ ਹੀ ਹਨ ਸੁਖਮਨੀ ਸਾਹਿਬ ਦੇ ਅੰਦਰ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਇਹ ਸਾਰਾ ਸੁਖਮਨੀ ਸਾਹਿਬ ਦਾ ਭਾਵ ਇਹਨਾਂ ਰਹਾਉ ਦੀਆਂ ਤੁਕਾਂ 'ਚ ਮਹਾਰਾਜ ਨੇ ਰੱਖਿਆ। ਇਸੇ ਤਰ੍ਹਾਂ ਹੀ ਇਹ ਓੰਕਾਰ ਦੀ ਬਾਣੀ ਦੇ ਜੋ ਸਿਧਾਂਤ ਹੈ ਇਹ ਮਹਾਰਾਜ ਸਾਹਿਬ ਨੇ ਇਹਨਾਂ ਦੋਹਾਂ ਤੁਕਾਂ ਵਿੱਚ ਰੱਖਿਆ। ਸੁਣ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਇੱਥੇ ਦੱਸ ਦਿੱਤਾ ਵੀ ਪਰਮੇਸ਼ਰ ਦੇ ਨਾਮ ਨੂੰ ਭਾਈ ਆਪਣੇ ਹਿਰਦੇ ਦੀ ਪੱਟੀ ਤੇ ਵੀ ਲਿਖ, ਬਾਹਰਲੀ ਪੱਟੀ ਤੇ ਵੀ ਲਿਖ, ਹਿਰਦੇ ਰੂਪੀ ਕਾਗਜ਼ ਤੇ ਵੀ ਸ਼ਰਧਾ ਭਾਵਨਾ ਦੀ ਸ਼ਾਹੀ ਦੇ ਨਾਲ ਲਿਖਣਾ ਕਰ, ਤਾਂ ਇਹ ਜੀਵਨ ਜਿਹੜਾ ਵਾ ਇਹ ਸਫਲਾ ਹੋਵੇਗਾ, ਤਾਂ ਤੂੰ ਜੰਜਾਲਾਂ 'ਚੋਂ ਬਚ ਸਕਦਾ ਰਹਾਓ। ਫਿਰ ਅੱਗੇ ਮਹਾਰਾਜ ਸਾਹਿਬ ਜੀ ਨੇ ਦੂਸਰੀ ਪੌੜੀ ਦੇ ਵਿੱਚ ਗਰੀਬ ਨਵਾਜ ਨੇ ਫਰਮਾਇਆ, ਸੱਸਾ ਸਭ ਜਗ ਸਹਿਜ ਉਪਾਇਆ ਤੀਨ ਭਵਨ ਇੱਕ ਜੋਤੀ। ਸੱਸੇ ਅੱਖਰ ਦੁਆਰਾ ਸਿਦਮ ਆਇਆ। ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਸੱਸੇ ਅੱਖਰ ਦੁਆਰਾ, ਫਿਰ ਅੱਗੇ ਤੀਜੀ ਪੌੜੀ ਵਿੱਚ ਧੱਦੇ ਅੱਖਰ ਦੁਆਰਾ, ਫਿਰ ਅੱਗੇ ਨੰਗੇ ਅੱਖਰ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ। ਜਿਵੇਂ ਫੱਟੀ ਤੇ ਲਿਖਦਾ ਨਾ ਸਿਦਮ ਆਇਆ, ਇਹ ਬਾਣੀ 'ਚ ਵੀ ਆਉਂਦਾ ਵਾ। ਜੋ ਤੀਜੇ ਪਾਤਸ਼ਾਹ ਜੀ ਦੀ ਪੱਟੀ ਉਚਾਰਨ ਕੀਤੀ ਉਹਦੇ ਵਿੱਚ ਵੀ ਸ਼ਬਦ ਆਉਂਦਾ। ਤਾਂ ਇਹ ਪੰਡਤ ਲੋਕ ਪਹਿਲਾਂ ਇਹ ਲਿਖ ਕਰਕੇ ਵੀ ਇਸ ਤਰ੍ਹਾਂ ਕਾਰਜ ਦੀ ਸਿੱਧੀ ਹੁੰਦੀ ਹੈ, ਇਹ ਪਹਿਲਾਂ ਨਮਸਕਾਰ ਕਰੀਏ ਤੇ ਫਿਰ ਜਿਹੜੀ ਹੈ ਉਹ ਵਿਦਿਆ ਪੜ੍ਹਾਉਣੀ ਆਰੰਭ ਕਰੀਏ। ਤਾਂ ਸਤਿਗੁਰੂ ਜੀ ਨੇ ਫਿਰ ਸੱਸੇ ਅੱਖਰ ਦੁਆਰਾ ਉਪਦੇਸ਼ ਬਖਸ਼ਿਆ। ਦੂਜੀ ਪੌੜੀ 'ਚ ਸੱਸਾ ਸਭ ਜਗ ਸਹਿਜ ਉਪਾਇਆ ਤੀਨ ਭਵਨ ਇੱਕ ਜੋਤੀ। ਵੀ ਉਹ ਪਰਮੇਸ਼ਰ ਨੇ ਸਾਰਾ ਜਗ ਸਹਿਜੇ ਹੀ ਪੈਦਾ ਕੀਤਾ, ਕਿੱਡਾ ਵੱਡਾ ਜਗ ਤੇ ਉਹਨੇ ਸਹਿਜੇ ਹੀ ਪੈਦਾ ਕਰ ਦਿੱਤਾ। ਨਹੀਂ ਤੇ ਬੰਦੇ ਨੇ ਤਾਂ ਇੱਕ ਆਪਣਾ ਘਰ ਬਣਾਉਣਾ ਹੋਵੇ ਤੇ ਸਾਰੀ ਜ਼ਿੰਦਗੀ ਬੰਦੇ ਦਾ ਜ਼ੋਰ ਲੱਗ ਜਾਂਦਾ, ਇੱਕ ਘਰ ਨਹੀਂ ਬਣਦਾ ਸਾਰੀ ਜ਼ਿੰਦਗੀ 'ਚ, ਤੇ ਥੱਕ ਟੁੱਟ ਜਾਂਦਾ, ਕਹਿੰਦਾ ਵੀ ਸਾਰੀ ਉਮਰ ਹੀ ਲੱਗ ਗਈ ਹੈ ਇੱਕ ਘਰ ਬਣਾਉਂਦੇ ਆ। ਤੇ ਪਰਮੇਸ਼ਰ ਨੇ ਸਾਰਾ ਜਗ ਸਹਿਜੇ ਹੀ ਬਣਾ ਦਿੱਤਾ। ਹਰਨ ਭਰਨ ਜਾਗਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋ। ਓੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ ਤੀਨ ਭਵਨ ਇੱਕ ਜੋਤੀ। ਤਿੰਨਾਂ ਭਵਨਾਂ ਵਿੱਚ ਇੱਕੋ ਹੀ ਉਹ ਜੋਤੀ ਸਰੂਪ ਵਿਆਪਕ ਹੈ। ਗੁਰਮੁਖ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਨਕ ਮੋਤੀ। ਉਹ ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਆਤਮਿਕ ਵਸਤੂ ਪ੍ਰਾਪਤ ਹੁੰਦੀ ਹੈ, ਨਾਮ ਰੂਪੀ ਵਸਤੂ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਸਤ ਸੰਗਤ ਵਿੱਚ ਮਿਲ ਕਰਕੇ ਸ਼ਰਵਨ ਮੰਨਣ ਨਿਧਿਆਸਨ, ਇਹ ਜਿਹੜੇ ਸ਼ੁਭ ਗੁਣਾਂ ਦੇ ਮਾਨਕ ਤੇ ਮੋਤੀ ਆ,
ਇਹ ਤੂੰ ਚੁਣ ਲੈਣਾ ਕਰ। ਫਿਰ ਗਰੀਬ ਨਵਾਜ ਨੇ ਫਰਮਾਇਆ, ਸਮਝੈ ਸੂਝੈ ਪੜ੍ਹ ਪੜ੍ਹ ਬੂਝੈ। ਸਤ ਸੰਗਤ ਵਿੱਚ ਮਿਲ ਕਰਕੇ ਸਮਝਣਾ ਕਰੇ, ਇਹ ਸੂਝ ਪ੍ਰਾਪਤ ਕਰਨਾ ਕਰੇ, ਤੇ ਪੜ੍ਹ ਪੜ੍ਹ ਕੇ ਧਾਰਮਿਕ ਵਿਦਿਆ ਨੂੰ ਫਿਰ ਬੂਝੈ ਬੂਝਣਾ ਕਰੇ, ਆਪਣੇ ਆਤਮਿਕ ਸਰੂਪ ਨੂੰ ਬੁੱਝੇ। ਅੰਤ ਨਿਰੰਤਰ ਸਾਚਾ, ਇਹ ਅੰਤ ਨੂੰ ਨਿਰੰਤਰ ਇੱਕ ਰਸੋ ਸੱਚਾ ਪਰਮੇਸ਼ਰ ਹੈ। ਗੁਰਮੁਖ ਦੇਖਾ ਹੈ ਸਾਚ ਸੰਭਾਲੇ। ਫਿਰ ਗੁਰੂਮੁਖ ਦੁਆਰਾ ਉਪਦੇਸ਼ ਲੈ ਕੇ ਗੁਰਮੁਖ ਬਣ ਕੇ ਉਸ ਸਰਬ ਵਿਆਪਕ ਨੂੰ ਵੇਖੇ, ਆਤਮ ਰਾਮ ਨੂੰ। ਫਿਰ ਉਸ ਸੱਚ ਨੂੰ ਸੰਭਾਲੇ, ਯਾਦ ਕਰੇ, ਸੱਚ ਦੇ ਯਾਦ ਵਿੱਚ ਹਰ ਵੇਲੇ ਜੁੜਿਆ ਰਹੇ। ਬਿਨ ਸਾਚੇ ਜਗ ਕਾਚਾ, ਇਹ ਸਮਝੇ ਕਿ ਉਸ ਸੱਚੇ ਤੋਂ ਬਿਨਾਂ ਸਾਰਾ ਜਗ ਜਿਹੜਾ ਇਹ ਕੱਚਾ ਹੈ, ਕਚਾਈ ਵਾਲਾ, ਵੀ ਕੋਈ ਇੱਕ ਪਰਮੇਸ਼ਰ ਹੀ ਸੱਚਾ ਹੈ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਤਾਂ ਇਹ ਸਾਧ ਸੰਗਤ ਜੀ ਪਿੱਛੇ ਦੋਹਾਂ ਪੌੜੀਆਂ ਦੀ ਵਿਚਾਰ ਜੋ ਹੈ ਗੁਰੂ ਦੀਆਂ ਸੰਗਤਾਂ ਨੇ ਪਿਛਲੇ ਦਿਨਾਂ ਦੇ ਵਿੱਚ ਵਿਸਥਾਰ ਸਹਿਤ ਸਰਵਣ ਕੀਤੀ ਹੈ। ਤੋ ਇਹ ਦੱਖਣੀ ਓੰਕਾਰ ਬਾਣੀ ਦੀ ਤੀਜੀ ਪੌੜੀ ਆਰੰਭ ਹੋ ਰਹੀ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ। ਉਹ ਪਾਂਧੇ ਦੇ ਪ੍ਰਥਾਏ ਉਪਦੇਸ਼ ਮਹਾਰਾਜ ਨੇ ਬਖਸ਼ਿਆ, ਉਹਦੀ ਤੇ ਕਲਿਆਣ ਹੋ ਗਈ, ਕਿਉਂਕਿ 500 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜਦੋਂ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਸੀ। ਉਹ ਤਾਂ ਕਲਿਆਣ ਪ੍ਰਾਪਤ ਕਰਕੇ ਤੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਨਿਵਾਸ ਕਰ ਗਿਆ। ਤੇ ਇਹ ਬਾਣੀ ਰਹਿੰਦੀ ਦੁਨੀਆ ਦੀ ਹੁਣ ਸਾਡਾ ਸੰਸਾਰੀ ਜੀਵਾਂ ਦਾ ਭਲਾ ਕਰ ਰਹੀ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਜਿਵੇਂ ਬਖਸ਼ਿਸ਼ ਕਰਦੇ ਹਨ, ਧੱਦੇ ਅੱਖਰ ਦੁਆਰਾ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਅਤਿ ਧਰਮ ਹਰੇ ਧਰਮਾਪੁਰ। ਧੱਦੇ ਅੱਖਰ ਦੁਆਰਾ ਮਹਾਰਾਜ ਕਹਿੰਦੇ ਆ ਧਰਮ ਧਰੇ, ਧਰਮ ਨੂੰ ਧਾਰਨ ਕਰੇ। ਧਰਮਾਪੁਰ, ਉਸ ਵਾਹਿਗੁਰੂ ਦੇ ਧਰਮ ਨੂੰ ਧਾਰਨ ਕਰੇ ਜਿਹੜਾ ਸਾਰਿਆਂ ਧਰਮਾਂ ਦੇ ਵਿੱਚ ਪੁਰ ਕਹੀਏ ਪੂਰਿਆ ਹੋਇਆ ਵਿਆਪਕ ਹੈ। ਉਹ ਪ੍ਰਭੂ ਸਾਰਿਆਂ ਧਰਮਾਂ ਦੇ ਵਿੱਚ ਵਿਆਪਕ ਹੋ ਰਿਹਾ। ਜਦੋਂ ਸਰਬ ਵਿਆਪਕਤਾ ਦੀ ਗੱਲ ਆਉਂਦੀ ਹੈ ਨਾ, ਤੇ ਫਿਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਸਰਬ ਵਿਆਪਕ ਨੂੰ ਵੇਖਦੇ ਆ ਕਹਿੰਦੇ ਹਨ, ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਹੋਈ। ਇਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਧਰਮਾਂ ਦੇ ਵਿੱਚ ਪੂਰਿਆ ਹੋਇਆ। ਉਸ ਨੇ ਸਾਰੀ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ ਤੇ ਉਹ ਸਾਰੇ ਥਾਵਾਂ ਤੇ ਵਿਆਪਕ ਹੈ। ਇੱਕ ਹੀ, ਪਰ ਇੱਕ ਨੂੰ ਹੀ ਸੰਸਾਰ ਦੇ ਜੀਵ ਅਨੇਕਾਂ ਰੂਪਾਂ ਦੇ ਨਾਲ ਉਸ ਨੂੰ ਯਾਦ ਕਰਦੇ ਆ, ਉਸ ਦਾ ਸਿਮਰਨ ਕਰਦੇ ਆ, ਉਹਦੇ ਅੱਗੇ ਨਮਸਕਾਰਾਂ ਕਰਦੇ। ਇਸੇ ਨੂੰ ਪੰਜਵੇਂ ਸਰੂਪ ਵਿੱਚ ਮਹਾਰਾਜ ਨੇ ਆਖਿਆ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹੇ। ਕੋਈ ਉਸ ਨੂੰ ਰਾਮ ਰਾਮ ਕਹਿ ਕੇ ਯਾਦ ਕਰਦਾ ਹੈ, ਕੋਈ ਖੁਦਾ ਖੁਦਾ ਕਹਿ ਕੇ, ਕੋਈ ਅੱਲਾ ਅੱਲਾ ਕਹਿ ਕੇ, ਕੋਈ ਗੁਸਈਆਂ ਕਹਿ ਕੇ, ਪਰ ਉਹ ਹਸਤੀ ਇੱਕ ਹੀ ਆ। ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ, ਜਿਹੜਾ ਸਾਰਿਆਂ ਧਰਮਾਂ ਵਿੱਚ ਪੂਰਿਆ ਹੋਇਆ। ਸਰਬੰ ਧਰਮੰ, ਸਾਰਿਆਂ ਧਰਮਾਂ ਦੇ ਵਿੱਚ, ਸਰਬੰ ਕਰਮੰ ਸਰਬੰ ਧਰਮੰ, ਸਾਰਿਆਂ ਧਰਮਾਂ ਦੇ ਵਿੱਚ ਜੋ ਵਿਆਪਕ ਹੈ। ਮਹਾਰਾਜ ਕਹਿੰਦੇ ਉਹਦੇ ਧਰਮ ਨੂੰ ਧਾਰਨ ਕਰੇ। ਉਹ ਧਰਮ ਕੀ ਹੈ? ਸਾਰੀ ਸ੍ਰਿਸ਼ਟੀ ਦਾ ਸਾਂਝਾ ਧਰਮ ਕੀ ਹੈ? ਮਹਾਰਾਜ ਕਹਿੰਦੇ, ਜਿਵੇਂ ਗਰੀਬ ਨਵਾਜ ਨੇ ਆਖਿਆ ਨਾ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨ। ਇਹ ਸਾਰੇ ਮਨੁੱਖ ਦੀ ਜਾਤ ਇੱਕੋ ਹੀ ਜਾਣੋ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਾਰੇ ਮਨੁੱਖਤਾ ਦਾ ਇਹ ਧਰਮ ਹੈ ਕਿ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ, ਉਹਦੀ ਯਾਦ ਵਿੱਚ ਜੁੜਨਾ ਜਿਹਨੇ ਪੈਦਾ ਕੀਤਾ। ਇਹ ਹਰੇਕ ਪ੍ਰਾਣੀ ਮਾਤਰ ਦਾ ਧਰਮ ਹੈ। ਜਿਵੇਂ ਸਤਿਗੁਰੂ ਜੀ ਕਹਿੰਦੇ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਧਰਮਾਂ ਨਾਲੋਂ ਸ੍ਰੇਸ਼ਟ ਧਰਮ ਇਹ ਹੈ ਉਸ ਪਰਮਾਤਮਾ ਦਾ ਨਾਮ ਜਪਣਾ ਤੇ ਚੰਗੇ ਕੰਮ ਕਰਨੇ, ਪਵਿੱਤਰ ਕਰਮ ਕਰਨੇ। ਇਹ ਤਾਂ ਹਰ ਇੱਕ ਦਾ ਧਰਮ ਹੈ। ਫਿਰ ਮਹਾਰਾਜ ਸਾਹਿਬ ਜੀ ਨੇ, ਗਰੀਬ ਨਵਾਜ ਸਾਹਿਬ ਜੀ ਨੇ ਧਰਮ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ
ਜਿਵੇਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਬਚਿੱਤਰ ਨਾਟਕ ਬਾਣੀ ਦੇ ਅੰਦਰ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸੰਸਾਰ ਦੇ ਵਿੱਚ ਧਰਮ ਚਲਾਇਆ, ਸੰਸਾਰ ਦੇ ਲੋਕਾਂ ਨੂੰ ਧਰਮੀ ਬਣਨ ਦਾ ਉਪਦੇਸ਼ ਦਿੱਤਾ। ਮਹਾਰਾਜ ਸਾਹਿਬ ਜੀ ਨੇ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਉਦਾਸੀਆਂ ਆਰੰਭ ਕੀਤੀਆਂ, ਚੌਹਾਂ ਚੱਕਾਂ ਵਿੱਚ ਜਾ ਕੇ ਉਪਦੇਸ਼ ਦਿੱਤਾ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਤੇ ਉਸ ਵੇਲੇ ਮਹਾਰਾਜ ਸੰਸਾਰ ਦੇ ਲੋਕਾਂ ਨੂੰ ਇਹ ਉਪਦੇਸ਼ ਦਿੰਦੇ ਕਿ ਭਾਈ ਆਪਣੇ ਪਿੰਡ ਵਿੱਚ ਧਰਮਸ਼ਾਲਾ ਬਣਾਓ, ਆਪਣੇ ਇਲਾਕੇ ਵਿੱਚ ਧਰਮਸ਼ਾਲਾ ਬਣਾਓ ਤੇ ਸਵੇਰੇ ਸ਼ਾਮੀ ਧਰਮਸ਼ਾਲਾ ਵਿੱਚ ਮਿਲ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਿਆ ਕਰੋ, ਮੂਲ ਮੰਤਰ ਦਾ ਜਾਪ ਕਰਿਆ ਕਰੋ, ਗੁਰ ਮੰਤਰ ਦਾ ਜਾਪ ਕਰਿਆ ਕਰੋ, ਨਾਮ ਬਾਣੀ ਦੇ ਨਾਲ ਜੁੜਿਆ ਕਰੋ, ਕੀਰਤਨ ਕਰਿਆ ਕਰੋ, ਕਰਤੇ ਦੀ ਕੀਰਤੀ ਕਰੋ, ਸ਼ਬਦ ਦੀ ਵਿਚਾਰ ਕਰਿਆ ਕਰੋ, ਬਾਣੀ ਨੂੰ ਪੜ੍ਹਿਆ ਕਰੋ, ਸੁਣਿਆ ਕਰੋ, ਗਾਇਆ ਕਰੋ, ਵਿਚਾਰਿਆ ਕਰੋ। ਇਹ ਧਰਮਸ਼ਾਲਾ ਵਿੱਚ ਬੈਠ ਕਰਕੇ ਮਹਾਰਾਜ ਕਹਿੰਦੇ ਧਰਮ ਕਮਾਓ। ਉਂਝ ਸਤਿਗੁਰੂ ਜੀ ਨੇ ਵੀ ਬਚਨ ਫਰਮਾਏ ਕਿ ਸੰਸਾਰ ਦੇ ਲੋਗੋ ਇਹ ਧਰਤੀ ਸਾਰੀ ਧਰਮਸ਼ਾਲਾ ਹੈ। ਇਹ ਵਾਹਿਗੁਰੂ ਨੇ ਧਰਤੀ ਧਰਮਸ਼ਾਲਾ ਦਿੱਤੀ ਹੈ ਧਰਮ ਕਮਾਉਣ ਵਾਸਤੇ। ਬੰਦਾ ਸੰਸਾਰ ਦੇ ਵਿੱਚ ਧਰਤੀ ਤੇ ਆਇਆ ਹੀ ਧਰਮੀ ਬਣਨ ਵਾਸਤੇ। ਜਪਜੀ ਸਾਹਿਬ ਚ ਮਹਾਰਾਜ ਨੇ ਫਰਮਾਇਆ ਨਾ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਪਰਮੇਸ਼ਰ ਨੇ ਸਾਰੀ ਰਚਨਾ ਰਚੀ, ਉਹਨੇ ਦਿਨ ਬਣਾਇਆ, ਰਾਤ ਬਣਾਈ, ਰੁੱਤਾਂ ਬਣਾਈਆਂ, ਬਸੰਤ ਦੀ ਰੁੱਤ, ਗਰਮੀ ਦੀ ਰੁੱਤ, ਬਰਸਾਤ ਦੀ ਰੁੱਤ, ਸਰਦੀ ਦੀ ਰੁੱਤ, ਇਸੇ ਤਰ੍ਹਾਂ ਸਿਸਿਅਲ ਰੁੱਤ, ਹਿਮਕਰ ਰੁੱਤ। ਇਹ 6 ਰੁੱਤਾਂ, ਰਾਤੀ ਰੁੱਤੀ, ਥਿੱਤੀ 15 ਥਿੱਤਾਂ, ਵਾਰ ਹਫਤੇ ਦੇ 7 ਵਾਰ। ਇਹ ਸਾਰੀ ਰਚਨਾ ਜਿਹੜੀ ਰਚੀ ਹੈ ਕਰਤਾਰ ਨੇ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਇਹ ਸਾਰਾ ਕੁਝ ਬਣਾਇਆ। ਇਹਦੇ ਵਿੱਚ ਫਿਰ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਤੀ ਧਰਮਸ਼ਾਲਾ ਥਾਪ ਕੇ ਰੱਖੀ। ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ। ਅਨੇਕ ਅਨੰਤ ਤਰ੍ਹਾਂ ਦੇ ਨਾਵਾਂ ਵਾਲੇ ਜਿਹੜੇ ਜੀ ਜੰਤੂ ਇਸ ਧਰਤੀ ਤੇ ਪੈਦਾ ਕੀਤੇ ਤੇ ਧਰਤੀ ਨੂੰ ਇੱਕ ਧਰਮਸ਼ਾਲਾ ਮਹਾਰਾਜ ਨੇ ਬਣਾਇਆ। ਗੁਰਦੁਆਰੇ ਸਾਹਿਬ ਦਾ ਪਹਿਲਾ ਨਾਮ ਧਰਮਸ਼ਾਲਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਰੇਕ ਇਲਾਕੇ ਦੇ ਵਿੱਚ ਉਪਦੇਸ਼ ਦਿੰਦੇ, ਭਾਈ ਧਰਮਸ਼ਾਲਾ ਬਣਾਓ ਤੇ ਧਰਮ ਦੀ ਕਿਰਤ ਕਰਿਆ ਕਰੋ, ਵੰਡ ਕੇ ਛਕਿਆ ਕਰੋ, ਨਾਮ ਜਪਿਆ ਕਰੋ, ਸਾਰਾ ਦਿਨ ਆਪਣਾ ਕਾਰ ਵਿਹਾਰ ਕਰੋ, ਪਰ ਸਵੇਰੇ ਕੁਝ ਸਮਾਂ ਧਰਮਸ਼ਾਲਾ ਵਿੱਚ ਹਾਜ਼ਰੀ ਭਰਿਆ ਕਰੋ। ਸ਼ਾਮ ਨੂੰ ਫੇਰ ਧੰਦੇ ਨੂੰ ਸੰਕੋਚ ਕੇ ਸ਼ਾਮ ਵੇਲੇ ਫਿਰ ਧਰਮਸ਼ਾਲਾ ਵਿੱਚ ਇਕੱਠੇ ਹੋ ਕੇ ਨਾਮ ਜਪਿਆ ਕਰੋ। ਸਤਿਗੁਰੂ ਸਾਹਿਬ ਜੀ ਨੇ ਇਹ ਧਰਮ ਚਲਾਇਆ ਸੰਸਾਰ ਦੇ ਵਿੱਚ। ਕਲਗੀਧਰ ਪਾਤਸ਼ਾਹ ਬਚਿੱਤਰ ਨਾਟਕ ਬਾਣੀ 'ਚ ਫਰਮਾਉਂਦੇ ਆ, 3 ਇਹ ਕਲਮੋਂ ਧਰਮ ਚਲਾਇਓ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਇਸ ਕਲਯੁਗ ਦੇ ਸਮੇਂ ਵਿੱਚ ਧਰਮ ਚਲਾਇਆ। ਸਭ ਸਾਧਨ ਕੋ ਰਾਹੋ ਬਤਾਇਓ। ਸੰਸਾਰ ਦੇ ਜੀਵਾਂ ਨੂੰ, ਸਾਧੂ ਜਨਾਂ ਨੂੰ ਇਹ ਰਸਤਾ ਦੱਸਿਆ ਵੀ ਧਰਮ ਦਾ ਸਹੀ ਰਸਤਾ ਇਹ ਆ। ਕਈ ਤਰ੍ਹਾਂ ਦੇ ਰਾਹ ਤੁਰੇ ਹੋਏ ਸੀ ਸੰਸਾਰ ਦੇ ਵਿੱਚ, ਪਰ ਮਹਾਰਾਜ ਸਾਹਿਬ ਜੀ ਨੇ ਨਵਾਂ ਰਸਤਾ ਦੱਸਿਆ। ਕਲ ਕੇ ਸਭ ਦੁੱਖ ਨਿਵਾਰਨ ਕੋ ਭਵ ਤਾਰਨ ਕੋ ਕਲ ਭੀਤਰ ਆਏ। ਜੀਰਨ ਸਾਧਨ ਦੂਰ ਕਰੇ ਦ੍ਰਿੜ ਸਾਧਨ ਰਾਮਹਿ ਨਾਮ ਬਤਾਏ। ਪੁਰਾਣੇ ਸਾਧਨ ਦੂਰ ਕਰ ਦਿੱਤੇ। ਕੋਈ ਧੂਣੀਆਂ ਧਾਉਂਦਾ ਸੀ, ਕੋਈ ਜਲ ਧਾਰੇ ਕਰਦਾ ਸੀ, ਕਠਿਨ ਸਾਧਨ ਕੀਤੇ ਜਾਂਦੇ ਸੀ, ਕੋਈ ਪੁੱਠਾ ਲਟਕਦਾ ਸੀ, ਕੋਈ ਘਰ ਬਾਹਰ ਛੱਡ ਕੇ ਜੰਗਲਾਂ 'ਚ ਜਾਂਦਾ ਸੀ, ਕੋਈ ਪਹਾੜਾਂ ਦੇ ਖੂੰਜਿਆਂ 'ਚ ਸੀ। ਮਹਾਰਾਜ ਸਾਹਿਬ ਜੀ ਨੇ ਉਹ ਸਾਰੇ ਸਾਧਨ ਦੂਰ ਕਰਕੇ ਆਖਿਆ, ਪ੍ਰਭੂ ਦਾ ਨਾਮ ਜਪੋ, ਕਰਤਾਰ ਦੀ ਕੀਰਤੀ ਕਰੋ। ਜੀਰਨ ਸਾਧਨ ਦੂਰ ਕਰੇ ਦ੍ਰਿੜ ਸਾਧਨ ਰਾਮਹਿ ਨਾਮ ਬਤਾਏ। ਐਸਾ ਧਰਮ ਬਖਸ਼ਿਸ਼ ਕੀਤਾ। ਮਹਾਰਾਜ ਕਹਿੰਦੇ ਧਰਮੀ ਬਣਨ ਵਾਸਤੇ ਤੁਹਾਨੂੰ ਘਰ ਛੱਡਣ ਦੀ ਲੋੜ ਨਹੀਂ। ਕਈ ਵਾਰੀ ਸੰਸਾਰ ਦੇ ਵਿੱਚ ਇੱਥੋਂ ਦੇ ਲੋਕ ਧਰਮੀ ਬਣਨ ਵਾਸਤੇ ਪਰਿਵਾਰ ਵੀ ਛੱਡ ਕੇ ਜੰਗਲਾਂ 'ਚ ਚਲੇ ਜਾਂਦੇ ਸੀ। ਰਾਜਿਆਂ ਨੇ ਰਾਜ ਭਾਗ ਛੱਡ ਕਰਕੇ ਹੱਥ ਵਿੱਚ ਠੂਠੇ ਫੜ ਲਏ ਸੀ ਧਰਮੀ ਬਣਨ ਵਾਸਤੇ। ਅਖੀਰ ਮੰਗ ਕੇ ਜਦੋਂ ਖਾਣਾ ਪਿਆ ਤੇ ਫਿਰ ਰੋਏ ਵੀ ਸੀ। ਸਤਿਗੁਰਾਂ ਨੇ ਆਪਣੀ ਰਸਨਾ ਤੋਂ ਫਰਮਾਇਆ, ਰੋਵਹਿ ਰਾਜੇ ਕੰਨ ਪੜਾਏ
ਘਰ ਘਰ ਮੰਗਹਿ ਭੀਖਿਆ ਜਾਏ। ਐਸੀ ਹਾਲਤ ਹੋਈ ਉਹਨਾਂ ਰਾਜਿਆਂ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਧਰਮ ਦੀ ਦਾਤ ਬਖਸ਼ਿਸ਼ ਕੀਤੀ। ਤਿੰਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹੋ ਬਤਾਇਓ, ਜੋ ਤਾਂ ਕਿ ਮਾਰਗ ਮਹਿ ਆਏ ਤੇ ਕਬਹੂ ਨਹੀਂ ਪਾਪ ਸੰਤਾਏ। ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜੇ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਦੱਸੇ ਰਸਤੇ ਤੇ ਚੱਲ ਪਏ ਨਾ, ਉਹਨਾਂ ਨੂੰ ਫਿਰ ਪਾਪਾਂ ਨੇ ਨਹੀਂ ਸਤਾਇਆ ਤੇ ਕਬਹੂ ਨਹੀਂ ਪਾਪ ਸੰਤਾਏ। ਜੇ ਜੇ ਪੰਥ ਤਵਣ ਕੇ ਪਰੇ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਰਾਹ ਤੇ ਜਿਹੜੇ ਚੱਲ ਪਏ, ਜੇ ਜੇ ਪੰਥ ਤਵਣ ਕੇ ਪਰੇ, ਪਾਪ ਤਾਪ ਤਿਨ ਕੇ ਪ੍ਰਭ ਹਰੇ, ਦੁਖ ਭੂਖ ਕਬਹੂ ਨਾ ਸੰਤਾਏ, ਜਾਲ ਗਾਲ ਕੇ ਬੀਜ ਨਾ ਆਏ। ਨਾ ਦੁੱਖਾਂ ਨੇ ਨਾ ਭੁੱਖ ਨੇ ਉਹਨਾਂ ਨੂੰ ਸਤਾਇਆ ਤੇ ਨਾ ਕਾਲ ਦੇ ਜਾਲ ਵਿੱਚ ਹੀ ਉਹ ਫਸੇ। ਮਹਾਰਾਜ ਸਾਹਿਬ ਜੀ ਕਹਿੰਦੇ ਆ, ਪੰਡਤ ਜੀ ਤੱਦੈ ਧਰਮ ਧਰੇ ਧਰਮਾਪੁਰ, ਉਸ ਵਾਹਿਗੁਰੂ ਪਰਮੇਸ਼ਰ ਦਾ ਧਰਮ ਧਾਰਨ ਕਰੇ, ਉਹਦੀ ਬੰਦਗੀ ਕਰੇ ਜਿਹੜਾ ਸਾਰੇ ਧਰਮਾਂ ਦੇ ਵਿੱਚ ਪੂਰਿਆ ਹੋਇਆ। ਧਰਮਾਪੁਰ ਤੋਂ ਭਾਵ ਜਿਹੜੀ ਧਰਮ ਦੀ ਪੁਰੀ ਹੈ, ਉਹਦੇ ਵਿੱਚ ਆ ਕਰਕੇ ਧਰਮੀ ਹੋਵੇ, ਧਰਮ ਨੂੰ ਧਾਰਨ ਕਰੇ। ਧਰਮ ਦੀ ਪੁਰੀ ਕਿਹੜੀ ਹੈ? ਸਤ ਸੰਗਤ। ਸਤ ਸੰਗਤ ਨੂੰ ਧਰਮ ਦੀ ਪੁਰੀ ਆਖਿਆ। ਸਤ ਸੰਗਤ ਵਿੱਚ ਆ ਕਰਕੇ ਧਰਮ ਪ੍ਰਾਪਤ ਹੁੰਦਾ। ਮਹਾਰਾਜ ਕਹਿੰਦੇ ਤਜਿਓ ਸਾਰੇ ਵਹਿਮਾਂ ਭਰਮਾਂ ਨੂੰ ਛੱਡ ਕਰਕੇ ਜੋ ਪਾਰ ਬ੍ਰਹਮ ਪਰਮੇਸ਼ਰ ਦਾ ਭਜਨ ਕਰਨਾ ਹੈ ਨਾ, ਇਹ ਅਟਲ ਧਰਮ ਹੈ। ਤਾਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਾਲੇ ਹੋ ਧਰਮ। ਤਾਂ ਇਹ ਧਰਮ ਨੂੰ ਧਾਰਨ ਕਰੇ, ਧਰਮ ਦੀ ਪੁਰੀ ਵਿੱਚ ਆ ਕਰਕੇ ਜੀਵ ਸਤ ਸੰਗਤ ਵਿੱਚ ਆਵੇ ਤੇ ਧਰਮੀ ਬਣਨਾ ਕਰੇ, ਧਰਮ ਦੇ ਗੁਣ ਧਾਰਨ ਕਰੇ। ਗੁਣਕਾਰੀ ਮਨ ਧੀਰਾ, ਤੇ ਫਿਰ ਇਹ ਜੀਵ ਗੁਣਕਾਰੀ ਬਣ ਜਾਂਦਾ। ਜਦੋਂ ਧਰਮੀ ਹੁੰਦਾ ਹੈ ਤੇ ਫਿਰ ਗੁਣਕਾਰੀ ਗੁਣਾਂ ਵਾਲਾ ਬਣ ਜਾਂਦਾ, ਗੁਣ ਕਰਨ ਵਾਲਾ ਬਣ ਜਾਂਦਾ। ਫਿਰ ਇਹਦੇ ਵਿੱਚ ਗੁਣ ਆ ਜਾਂਦੇ ਆ ਤੇ ਫਿਰ ਦੂਸਰਿਆਂ ਨੂੰ ਵੀ ਗੁਣ ਦਿੰਦਾ। ਜਿਹੜਾ ਧਰਮੀ ਹੈ, ਕਹਿੰਦੇ ਧਰਮੀ ਮਨੁੱਖ ਦੇ ਵਿੱਚ ਸ਼ੁਭ ਗੁਣ ਆ ਜਾਂਦੇ, ਕਿਉਂਕਿ ਧਰਮੀ ਉਹਨੂੰ ਕਿਹਾ ਹੀ ਤਾਂ ਜਾਂਦਾ। ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਦੀ ਸਾਜਨਾ ਕੀਤੀ, ਪੰਜਾਂ ਸਿੱਖਾਂ ਦੇ ਸੀਸ ਲਏ, ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ, 5 ਕਕਾਰੀ ਬਾਣਾ ਬਖਸ਼ਿਆ ਤੇ ਮਹਾਰਾਜ ਸਾਹਿਬ ਜੀ ਨੇ ਫਿਰ 5 ਪਿਆਰਿਆਂ ਦੇ ਨਾਮਾਂ ਤੋਂ ਵੀ ਸਿੱਖਿਆ ਬਖਸ਼ਿਸ਼ ਕੀਤੀ ਖਾਲਸੇ ਪੰਥ ਨੂੰ। ਕਹਿਣ ਲੱਗੇ ਪਿਆਰੇ ਦਇਆ ਸਿੰਘ ਦੇ ਅੰਮ੍ਰਿਤ ਛਕਣ ਤੋਂ ਖਾਲਸੇ ਪੰਥ ਦੇ ਵਿੱਚ ਦਇਆ ਆਈ ਹੈ। ਦਇਆ ਪਿਆਰੇ ਧਰਮ ਸਿੰਘ ਦੇ ਇਹ ਅੰਮ੍ਰਿਤ ਛਕਣ ਤੋਂ ਇਹ ਖਾਲਸੇ ਪੰਥ ਦੇ ਵਿੱਚ ਧਰਮ ਦੀ ਪ੍ਰਪੱਕਤਾ ਆਈ ਹੈ। ਹੁਣ ਜਦੋਂ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਆ ਤੇ ਮਹਾਰਾਜ ਕਹਿੰਦੇ ਕਿ ਦਿਆਲੂ ਮਨੁੱਖ ਹੀ ਧਰਮੀ ਹੋ ਸਕਦਾ ਹੈ, ਦਇਆਵਾਨ ਮਨੁੱਖ ਹੀ ਧਰਮੀ ਹੁੰਦਾ। ਦਇਆ ਨੂੰ ਧਰਮ ਦੀ ਮਾਤਾ ਆਖਿਆ, ਮਾਂ ਆਖਿਆ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜਿਸ ਹਿਰਦੇ ਦੇ ਵਿੱਚ ਦਇਆ ਹੈ, ਧਰਮ ਵੀ ਉੱਥੇ ਹੀ ਹੁੰਦਾ। ਧਰਮੀ ਮਨੁੱਖ ਦਇਆਵਾਨ ਹੁੰਦਾ ਹੈ, ਦਿਆਲੂ ਹੁੰਦਾ। ਸਤਿਗੁਰੂ ਕਹਿਣ ਲੱਗੇ ਖਾਲਸੇ ਪੰਥ ਵਿੱਚ ਦਇਆ ਵੀ ਆ ਗਈ, ਧਰਮ ਦੇ ਗੁਣ ਵੀ ਆਏ। ਫਿਰ ਜਿੱਥੇ ਦਇਆ ਆਵੇ, ਧਰਮ ਆਵੇ, ਉੱਥੇ ਫਿਰ ਪਿਆਰੇ ਹਿੰਮਤ ਸਿੰਘ ਤੋਂ ਇਹ ਖਾਲਸੇ ਦੇ ਵਿੱਚ ਹਿੰਮਤ ਪੈਦਾ ਹੋਈ। ਵਕਾਰਾਂ ਅਵਗੁਣਾਂ ਦੇ ਨਾਲ ਜੂਝਣ ਵਾਲੀ ਇਹ ਹਿੰਮਤ ਆਈ। ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ਦੇ ਨਾਲ ਜੂਝਣ ਵਾਲੀ ਇਹ ਹਿੰਮਤ ਪ੍ਰਾਪਤ ਹੋਈ ਹੈ। ਮਨ ਨੂੰ ਜਿੱਤਣ ਵਾਲੀ, ਇੰਦਰੀਆਂ ਨੂੰ ਜਿੱਤਣ ਵਾਲੀ, ਵਕਾਰਾਂ ਨੂੰ ਜਿੱਤਣ ਵਾਲੀ ਹਿੰਮਤ। ਫਿਰ ਮੋਹਕਮ ਸਿੰਘ ਦੇ ਅੰਮ੍ਰਿਤ ਛਕਣ ਤੋਂ ਖਾਲਸੇ ਪੰਥ ਦੇ ਵਿੱਚ ਮਹਾਰਾਜ ਕਹਿੰਦੇ ਮੋਹਕਮਤਾਈ ਸਥਿਤੀ ਆਈ ਹੈ, ਟਿਕਾ ਪ੍ਰਾਪਤ ਹੋਇਆ। ਫਿਰ 5ਵੇਂ ਪਿਆਰੇ ਸਾਹਿਬ ਸਿੰਘ ਜੀ ਦੇ ਅੰਮ੍ਰਿਤ ਛਕਣ ਤੋਂ ਸਾਹਿਬ ਦੀ ਪ੍ਰਾਪਤੀ ਦਾ ਗੁਣ ਪ੍ਰਾਪਤ ਹੋਇਆ, ਮਾਲਕ ਦੀ ਪ੍ਰਾਪਤੀ ਹੋਈ ਹੈ। ਤਾਂ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਗੁਣਵਾਨ ਬਣਾਇਆ। ਫਿਰ ਧਰਮੀ ਮਨੁੱਖ ਗੁਣਕਾਰੀ ਬਣ ਜਾਂਦਾ ਹੈ, ਗੁਣਾਂ ਵਾਲਾ ਬਣ ਜਾਂਦਾ। ਕਹਿੰਦੇ ਕਿ ਧਰਮੀ ਮਨੁੱਖ ਦੇ ਵਿੱਚ ਗੁਣ ਤਾਂ ਅਨੇਕਾਂ ਹੁੰਦੇ ਆ, ਗਿਣੇ ਨਹੀਂ ਜਾ ਸਕਦੇ, ਪਰ ਮੁੱਖ ਰੂਪ ਦੇ ਵਿੱਚ 10 ਗੁਣਾਂ ਦਾ ਵੀ ਜ਼ਿਕਰ ਕੀਤਾ। ਖਿਮਾ,
ਅਹਿੰਸਾ, ਦਇਆ, ਮ੍ਰਿਤ, ਸਤ ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ, ਧਰਮ ਲਿੰਗ 10 ਜਾਨ। ਕਿ ਧਰਮੀ ਮਨੁੱਖ ਜਿਹੜਾ ਉਹ ਖਿਮਾਵਾਨ ਹੋਵੇ, ਦੂਜੇ ਨੂੰ ਆਪ ਵੀ ਖਿਮਾ ਕਰੇਗਾ, ਤੇ ਜਿੱਥੇ ਆਪਣੇ ਤੋਂ ਗਲਤੀ ਹੁੰਦੀ ਉੱਥੇ ਖਿਮਾ ਮੰਗਣ ਵਿੱਚ ਵੀ ਝਿਜਕੇ ਨਾ, ਨਹੀਂ ਉੱਥੇ ਖਿਮਾ ਮੰਗ ਵੀ ਲੈਂਦਾ। ਧਰਮੀ ਮਨੁੱਖ ਦੇ ਵਿੱਚ ਖਿਮਾ ਦਾ ਗੁਣ ਹੁੰਦਾ। ਅਹਿੰਸਾ, ਹਿੰਸਾ ਤੋਂ ਰਹਿਤ ਹੋਣਾ, ਹੱਤਿਆ ਨਹੀਂ ਕਰਦਾ। ਦਇਆ, ਦਿਆਲੂ ਸੁਭਾਅ ਹੁੰਦਾ ਹੈ ਉਸਦਾ। ਮ੍ਰਿਤ, ਕੋਮਲ ਬਚਨ ਬੋਲਦਾ। ਸਤ ਬਚਨ, ਸੱਚੇ ਬੋਲ ਬੋਲਦਾ ਹੈ, ਹਰ ਵੇਲੇ ਸੱਚ ਨਾਲ ਜੁੜਿਆ ਰਹਿੰਦਾ ਹੈ ਨਾ ਧਰਮੀ ਮਨੁੱਖ। ਉਹਦੇ ਹਰੇਕ ਕਰਮ ਦੇ ਉੱਤੇ ਸੱਚ ਦੀ ਮੋਹਰ ਲੱਗੀ ਹੁੰਦੀ ਹੈ। ਤਪ, ਉਹ ਤਪੱਸਿਆ ਕਰਦਾ ਹੈ। ਤਪੱਸਿਆ ਕਿਹੜੀ? ਗੁਰੂ ਘਰ ਦੇ ਵਿੱਚ ਗੁਰੂ ਕੀ ਸੇਵਾ ਸ੍ਰੇਸ਼ਟ ਤਪੱਸਿਆ ਹੈ। ਸਾਧ ਸੰਗਤ ਦੀ ਸੇਵਾ ਸ੍ਰੇਸ਼ਟ ਤਪ ਹੈ। ਸੰਸਾਰ ਵਿੱਚ ਵਿਚਰਦਿਆਂ ਲੋੜਵੰਦਾਂ ਦੀ ਸੇਵਾ ਕਰਨੀ ਇਹ ਵੀ ਤਪ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ, ਵਿੱਚ ਦੁਨੀਆ ਸੇਵਕ ਮਾਈਐ, ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁਟਾਈਐ। ਇਹ ਤਪ ਵੀ ਹੈ ਉਸ ਦੇ ਵਿੱਚ, ਤਪ ਵਾਲਾ ਗੁਣ। ਦਾਨ, ਦਾਨੀ ਸੁਭਾਅ ਵੀ ਹੈ, ਦਾਨ ਵੀ ਕਰਦਾ ਹੈ। ਖਿਮਾ, ਅਹਿੰਸਾ, ਦਇਆ, ਮ੍ਰਿਤ, ਸਤ ਬਚਨ, ਤਪ, ਦਾਨ, ਸੀਲ, ਫਿਰ ਜਤ ਸਤ ਵਿੱਚ ਪ੍ਰਪੱਕ ਰਹਿੰਦਾ ਹੈ। ਸੌਚ, ਪਵਿੱਤਰਤਾ ਦਾ ਨਾਮ ਹੈ। ਸਰੀਰ ਕਰਕੇ ਵੀ ਪਵਿੱਤਰ ਰਹਿੰਦਾ ਹੈ, ਮਨ ਕਰਕੇ ਵੀ ਪਵਿੱਤਰ ਰਹਿੰਦਾ ਹੈ, ਬਾਣੀ ਕਰਕੇ, ਬੋਲਾਂ ਕਰਕੇ ਵੀ ਸੱਚੇ ਬੋਲ ਬੋਲਦਾ ਪਵਿੱਤਰ ਰਹਿੰਦਾ ਹੈ। ਸੀਲ, ਸੌਚ, ਤ੍ਰਿਸ਼ਨਾ ਬਿਨਾ, ਫਿਰ ਲਾਲਚ ਤੋਂ ਬਿਨਾ ਹੁੰਦਾ। ਭਾਵ ਸਬਰ ਤੇ ਸੰਤੋਖ ਵਾਲਾ ਹੁੰਦਾ ਹੈ। ਕਹਿੰਦੇ ਵੀ ਇਹ 10 ਜਿਹੜੀਆਂ ਨਿਸ਼ਾਨੀਆਂ ਇਹ ਧਰਮੀ ਮਨੁੱਖ ਦੀਆਂ ਹਨ। ਧਰਮੀ ਮਨੁੱਖ ਦੇ ਅੰਦਰ ਇਹ 10 ਗੁਣ ਹੁੰਦੇ। ਖਿਮਾ, ਅਹਿੰਸਾ, ਦਇਆ, ਮ੍ਰਿਤ, ਸਤ ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ, ਧਰਮ ਲਿੰਗ 10 ਜਾਨ। ਤਾਂ ਫਿਰ ਉਹ ਇਹਨਾਂ ਗੁਣਾਂ ਨੂੰ ਜਿੱਥੇ ਆਪ ਧਰਮੀ ਮਨੁੱਖ ਨੇ ਧਾਰਨ ਕੀਤਾ, ਉਹ ਗੁਣਕਾਰੀ ਅੱਗੇ ਗੁਣ ਕਰਦਾ ਵੀ ਹੈ, ਫਿਰ ਇਹਨਾਂ ਗੁਣਾਂ ਨੂੰ ਵੰਡਦਾ ਵੀ ਹੈ। ਗੁਣਕਾਰੀ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਕਿ ਕਿਸੇ ਦੇ ਉੱਤੇ ਕੋਈ ਗੁਣ ਕਰੇ। ਕਹਿੰਦੇ ਨੇ ਵੀ ਫਲਾਣੇ ਸਿੰਘ ਨੇ ਮੇਰੇ ਉੱਤੇ ਆ ਗੁਣ ਕੀਤਾ ਹੈ, ਤੇਰਾ ਮੈਂ ਕੀਤਾ ਗੁਣ ਨਹੀਂ ਭੁਲਾ ਸਕਦਾ। ਉਹ ਗੁਣਕਾਰੀ, ਗੁਣ ਕੀਤਾ ਉਸਨੇ। ਤਾਂ ਗੁਣਕਾਰੀ ਤੋਂ ਭਾਵ ਪਰਉਪਕਾਰੀ ਵੀ ਹੋ, ਫਿਰ ਉਹਦੇ ਅੰਦਰ ਪਰਉਪਕਾਰ ਵਾਲਾ ਉਤਸ਼ਾਹ ਬਣਿਆ ਰਹਿੰਦਾ। ਬ੍ਰਹਮ ਗਿਆਨੀ ਪਰਉਪਕਾਰਿਓ ਮਾਹਾ, ਉਤਸ਼ਾਹ ਬਣਿਆ ਰਹਿੰਦਾ ਪਰਉਪਕਾਰ ਕਰਨ ਦਾ, ਦੂਸਰੇ ਦਾ ਭਲਾ ਕਰਨ ਦਾ, ਦੂਸਰੇ ਦੀ ਸਹਾਇਤਾ ਕਰਨ ਦਾ, ਦੂਸਰੇ ਦੀ ਮਦਦ ਕਰਨ ਦਾ। ਤਾਂ ਉਹ ਗੁਣਕਾਰੀ ਪਰਉਪਕਾਰੀ ਬਣ ਜਾਂਦਾ। ਮਨ ਧੀਰਾ, ਤੇ ਉਸ ਮਨੁੱਖ ਦਾ ਮਨ ਜਿਹੜਾ ਵਾ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਧੀਰਾ, ਧੀਰਜ ਦੇ ਸਹਿਤ ਹੋ ਜਾਂਦਾ ਹੈ। ਮਨ ਦੇ ਵਿੱਚ ਧੀਰਜ ਪੈਦਾ ਹੋ ਜਾਂਦੀ। ਤੇ ਗੁਣਕਾਰੀ ਦਾ ਦੂਸਰਾ ਅਰਥ ਮਹਾਂਪੁਰਖਾਂ ਨੇ ਵੀ ਕੀਤਾ ਹੈ, ਗੁਣ ਨਾਮ ਵਿਸ਼ਿਆਂ ਦਾ ਤੇ ਕਾਰੀ ਨਾਮ ਹੈ ਦਵਾਈ ਦਾ। ਉਹ ਧਰਮੀ ਮਨੁੱਖ ਨਾਮ ਰੂਪੀ ਦਵਾਈ ਲੈ ਕਰਕੇ ਇਹ ਵਿਸ਼ਿਆਂ ਦੀ ਔਖਦੀ ਕਰਦਾ ਹੈ, ਵਿਕਾਰਾਂ ਨੂੰ ਨਿਵਰਤੀ ਕਰਦਾ ਹੈ, ਨਾਮ ਰੂਪੀ ਦਵਾਈ ਵਰਤਦਿਆਂ ਹੋਇਆ। ਤੇ ਐਸਾ ਉਹ ਪਰਉਪਕਾਰੀ ਹੈ ਤੇ ਮਨ ਉਹਦਾ ਧੀਰਜ ਵਾਲਾ ਹੁੰਦਾ। ਵੇਖੋ ਧਰਮੀ ਮਨੁੱਖ ਕਿੱਡੇ ਕਿੱਡੇ ਵੱਡੇ ਧੀਰਜ ਵਾਲੇ ਹੋਏ। ਉਹਨਾਂ ਦਾ ਮਨ ਵਿਕਾਰਾਂ ਵਿੱਚ ਪੈ ਕਰਕੇ ਚੰਚਲਤਾਈ ਵਾਲਾ ਨਹੀਂ ਹੁੰਦਾ, ਮਨ ਟਿਕਿਆ ਹੋਇਆ ਹੁੰਦਾ। ਭਾਈ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਧਰਮੀ ਹਨ ਤੇ ਕਿੰਨਾ ਮਨ ਵਿੱਚ ਧੀਰਜ ਹੈ। ਭਾਈ ਮਤੀ ਦਾਸ ਦੇ ਸੀਸ ਤੇ ਆਰਾ ਚੱਲ ਰਿਹਾ, ਸਰੀਰ 2 ਟੋਟੇ ਹੋ ਰਿਹਾ ਤੇ ਜਪਜੀ ਸਾਹਿਬ ਪੜ ਰਹੇ। ਭਾਈ ਸਤੀ ਦਾਸ ਸਾਹਿਬ ਦੇ ਅੰਦਰ ਕਿੱਡਾ ਵੱਡਾ ਧੀਰਜ ਹੈ, ਧਰਮੀ ਆ ਨਾ, ਨਾਮ ਬਾਣੀ ਨਾਲ ਜੁੜੇ ਹੋਏ ਆ। ਮਨ ਧੀਰਾ, ਮਨ ਧੀਰਜ ਦੇ ਸਹਿਤ ਹੈ ਤੇ ਰੂਹ ਵਿੱਚ ਲਪੇਟ ਕਰਕੇ ਪੈਰਾਂ ਵੱਲੋਂ ਜ਼ਾਲਮਾਂ ਨੇ ਅੱਗ ਲਾ ਦਿੱਤੀ। ਚਾਂਦਨੀ ਚੌਂਕ ਵਿੱਚ ਲੱਟ ਲੱਟ ਕਰਕੇ ਅੱਗ ਵਿੱਚ ਮੱਚ ਕੇ ਸ਼ਹੀਦ ਹੋ ਗਏ, ਪਰ ਮਨ ਕਿੱਡਾ ਧੀਰਜ ਦੇ ਸਹਿਤ। ਭਾਈ ਦਿਆਲਾ ਜੀ ਕਿੱਡੇ ਧੀਰੇ ਹਨ,
किन्नी मन विच धीरजता है। देग विच उबल गए, हड्डियां नालों मांस वखरा हो गया, पर धीरज नहीं सिख दा टुटा। किड्डा वड्डा धीरज है। ये धीरज सतगुरां दे पासों प्राप्त होया, क्योंकि सतगुरु आप किड्डे वड्डे धीरज धारी, किड्डे वड्डे धीरज धारी। धन गुरु अर्जन देव साहब महाराज तत्ती लोह ते चौकड़ा लाया, उबलदी देग विच बैठे, सीस विच तत्ता रेता पिया। किड्डा वड्डा धीरज है। सब तो वड्डी धीरज वाली धरती मन्नी है साध संगत, धरती धीरज वाली है। धरती ते किन्ना भार है, धरती नूं कोई पुटदा है, कोई लिपदा है, पर धरती जिहड़ी होए एक रस है। ते गुरु अर्जन साहब महाराज दा धीरज तां धरती नालों भी वड्डा है साध संगत। कदी साईं मियाँ मीर ने पुछिया सी बेनती करके कि महाराजा सुखमनी साहब की बाणी च तुसीं ब्रह्म ज्ञानी का जिक्र करदिआं ब्रह्म ज्ञानी का धीरज दसदे आख्या भी ब्रह्म ज्ञानी का धीरज धरती वर्गा हुंदा है। मारे एडा वड्डा धरती हुंदा वा, एडा वड्डा धीरज हुंदा धरती वर्गा। सतगुरु कहन लगे भी इस तरह व्याख्या करके दसी, ते साईं जी हो सकदा तसल्ली ना होवे, समा आवेगा तुसीं ये अर्थ स्पष्ट वेख लिओ। फिर जदों महाराज तत्ती लोह ते चौंकड़ा ला के बैठे सी, साईं मियाँ मीर ने वेख्या सी नेत्रां 'च जल भर आया सी। उस वेले वेख के दंग रह गया सी साईं मियाँ मीर कि महाराज साहब जी की चरबी ढल ढल के ना जदों चौंकड़ा ला के बैठे सी तत्ती लोह ते थल्ले चुल्हे विच पै रही सी चरबी ढल ढल के। पट्टां दा मांस जिहड़ा सी, शरीर दा मांस ढल ढल के थल्ले नूं जा रहा सी चरबी। ते साईं मियाँ मीर एडा वड्डा तपस्वी, इन्नी बंदगी वाला, हिरदा कंब गया सी उस वेले, घबराहट हो गई सी, हौल पै गया सी, डोल गया सी। पर सतगुरु चौंकड़ा ला के बैठे, एडा वड्डा धीरज, धरती दे धीरज नूं भी मात पा दित्ती। उस वेले फिर कहा सी साईं जी कदी तुसीं पुछे सी अर्थ सुखमनी साहब बाणी दे विचों ब्रह्म ज्ञानी कै धीरज एक ज्यों बसदा को खोदै को चंदन लेप। फिर बेनती की सी महाराज मैनू कोई आग्या दो, इन्हां जालमां ने इन्ना जबर इन्ना जुल्म किया आप जी उत्ते, इन्हां तुरकां नूं मैं नाश कर दियां। ते सतगुरु जी ने आख्या सी साईं जी आकाश वाल नूं निगाह मार के वेखो। वेख्या से फिर इसके हथ जोड़ के खलोते, वड्डे वड्डे सिद्ध पीर हथ जोड़ के खलोते, वड्डियां वड्डियां ताकतां वाले हथ जोड़ के खलोते भी धन गुरु अर्जन साहब जी महाराज सानू आग्या दिओ, इन्हां जालम तुरकां नूं असीं खत्म कर देंगे। पर महाराज कहन लगे नहीं भाणा है, तुसीं साडे इह भाणे विच दखलअंदाजी ना दिओ, किसी नूं आग्या नहीं सी दित्ती। एडा वड्डा धीरज गुरु साहब जी का अपना, ते महाराज ने अपने सिखां नूं भी धीरज दिता। धन गुरु नानक देव साहब महाराज कहंदे जिहड़ा धर्म दी पूरी सत संगत विच आ करके वाहिगुरु परमेश्वर जो सत चेतन आनंद स्वरूप ऐसे धर्म वाला है, उहदे धर्म नूं धारण करदा है, उहदे धर्म नाल जुड़दा है, नाम नाल जुड़दा है, वो गुणा वाला बन जाता है, परोपकारी हो जाता है, तो वह मन धीरज वाला बन जाता है। ਉਹਦੇ मन विच कालापन नहीं रह जाता, चंचलता नहीं रह जाती है। किड्डा वड्डा नुकसान हो जावे वो धीरज दे सहित रहिंदा, धीरज दे सहित। वेखो भाई साहब भाई तारू सिंह जी धर्मी गुरु के सिंह, किड्डा वड्डा धीरज है। केस नहीं कटाए, खोपरा ला दिता गया भाई तारू सिंह जी का, ते खोपरे लथे तो 22 दिन चौंकड़ा ला करके बैठे रहे। 22 दिन इतिहास विच लिखिया वा। 21 दिन जदों हो गए सी ना, 21 दिन ये लाहौर का सूबा जकरिया खां भाई तारू सिंह जी की जुत्ती खांदा रहा सिर दे विच, क्योंकि भाई तारू सिंह के केसां नूं उहने कबूल बोले सी। उन्हें आख्या सी, तारू सिंघा जिस सिक्खी उत्ते तेनू इन्ना माण आ, केसां दे उत्ते इन्ना माण वा, ते जुत्तियां मार मार के तेरे केस झाड़ दियांगा।
ਭਾਈ ਤਾਰੂ ਸਿੰਘ ਨੇ ਆਖਿਆ, ਉਹ ਜ਼ਕਰੀਆ ਖਾਨ, ਤੂੰ ਗੁਰੂ ਕੀ ਬਖਸ਼ੀ ਮੋਹਰ ਨੂੰ ਇਹ ਕੇਸਾਂ ਨੂੰ ਕਬੂਲ ਬੋਲਿਆ, ਜੁੱਤੀਆਂ ਤੇਰੇ ਸਿਰ ਵਿੱਚ ਵੱਜਣਗੀਆਂ। ਭਾਈ ਸਾਹਿਬ ਦਾ ਬਚਨ ਪੂਰਾ ਹੋਇਆ ਸੀ। ਜਦੋਂ ਭਾਈ ਸਾਹਿਬ ਜੀ ਦੇ ਕੇਸ ਕੱਟਣ ਲੱਗੇ ਸੀ ਨਾ, ਨਾਈ ਨੂੰ ਸੱਦ ਕੇ, ਇਤਿਹਾਸ ਵਿੱਚ ਲਿਖਿਆ ਵਾ ਵੀ ਕੈਂਚੀ ਕੇਸ ਨਹੀਂ ਸੀ ਕੱਟ ਸਕੀ। ਅਰਦਾਸ ਕੀਤੀ ਸੀ ਭਾਈ ਤਾਰੂ ਸਿੰਘ ਨੇ ਵੀ ਮਹਾਰਾਜ ਸਿੰਘਾਂ ਤੇ ਤਸੀਹੇ ਤੇ ਅੱਗੇ ਵੀ ਜ਼ਾਲਮ ਸਰਕਾਰਾਂ ਨੇ ਬੜੇ ਦਿੱਤੇ ਆ, ਪਰ ਮੇਰੀ ਅਰਦਾਸ ਆ ਕਲਗੀਧਰ ਪਿਤਾ ਤੇਰੇ ਚਰਨਾਂ ਵਿੱਚ, ਤੇਰੇ ਸਿੰਘ ਤਾਰੂ ਸਿੰਘ ਦੇ ਕੇਸ ਨਹੀਂ ਕੱਟੇ ਜਾਣੇ ਚਾਹੀਦੇ, ਸਰੀਰ ਦਾ ਭਾਵੇਂ ਬੋਟੀ ਬੋਟੀ ਉੱਡ ਜਾਵੇ, ਕੇਸ ਨਾ ਮਹਾਰਾਜ, ਮੈਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣਾ ਚਾਹੁੰਦਾ। ਤੇ ਉਸ ਵੇਲੇ ਕੇਸ ਕੱਟਣ ਦਾ ਯਤਨ ਕੀਤਾ ਪਰ ਨਹੀਂ ਸੀ ਕੱਟ ਸਕੇ। ਨਾਈ ਨੇ ਆਖਿਆ ਜੀ ਕੈਂਚੀ ਕੱਟਦੀ ਨਹੀਂ, ਤੇ ਜ਼ਕਰੀਏ ਖਾਨ ਨੇ ਆਖਿਆ ਜੇ ਕੇਸ ਨਹੀਂ ਕੱਟੇ ਜਾਂਦੇ ਇਹਦਾ ਖੋਪਰਾ ਹੀ ਲਾ ਦੋ। ਮੋਚੀ ਨੂੰ ਬੁਲਾਇਆ ਗਿਆ ਤੇ ਗਰਦਨ ਦੇ ਲਾਗੋਂ, ਕੰਨਾਂ ਦੇ ਉੱਪਰਲੇ ਪਾਸਿਓਂ, ਮੱਥੇ ਤੋਂ ਲੈ ਕਰਕੇ ਖੋਪਰਾ ਲਾ ਦਿੱਤਾ ਗਿਆ ਭਾਈ ਤਾਰੂ ਸਿੰਘ ਜੀ ਦਾ, ਤੇ ਚੁੱਕ ਕਰਕੇ ਚੌਂਕ ਵਿੱਚ ਸੁੱਟ ਦਿੱਤਾ ਗਿਆ। ਨਿਖਾਸ ਖਾਂ ਜਿਹੜਾ ਚੌਂਕ ਹੈ, ਨਿਖਾਸ ਖਾਂ ਲਾਹੌਰ ਦੇ ਵਿੱਚ, ਉਸ ਚੌਂਕ ਦੇ ਵਿੱਚ ਉੱਥੇ ਚੌਂਕੜਾ ਮਾਰ ਕੇ ਬੈਠ ਗਏ ਤੇ ਜਪਜੀ ਸਾਹਿਬ ਦਾ ਪਾਠ ਕਰਦੇ। ਤਾਂ ਭਾਈ ਸਾਹਿਬ ਰੋਜ਼ 21 ਜਪਜੀ ਸਾਹਿਬ ਦੇ ਪਾਠਾਂ ਦਾ ਨਿਤਨੇਮ ਸੀ ਭਾਈ ਤਾਰੂ ਸਿੰਘ ਦਾ। ਹੋਰ ਬਾਣੀ ਤਾਂ ਬੇਅੰਤ ਪੜ੍ਹਦੇ ਸੀ, ਪਰ ਜਪਜੀ ਸਾਹਿਬ ਦੀ ਬਾਣੀ 21 ਜਪਜੀ ਸਾਹਿਬ ਰੋਜ਼ ਕਰਿਆ ਕਰਦੇ ਸੀ। ਉਸੇ ਦਿਨ ਹੀ ਭਾਈ ਤਾਰੂ ਸਿੰਘ ਜੀ ਦੇ ਬਚਨਾਂ ਦੇ ਨਾਲ ਪ੍ਰਭ ਜੀ ਬਸੈ ਸਾਧ ਕੀ ਰਸਨਾ, ਸਾਧ ਬਚਨੇ ਅਟਲਾਦਾ। ਭਾਈ ਤਾਰੂ ਸਿੰਘ ਐਸੇ ਗੁਰੂ ਕੇ ਸਾਧੂ, ਐਸੇ ਗੁਰੂ ਕੇ ਸੰਤ ਕਿ ਬਚਨ ਕੀਤੇ ਸੀ ਵੀ ਜ਼ਾਲਮਾ ਤੇਰੇ ਸਿਰ ਵਿੱਚ ਜੁੱਤੀਆਂ ਵੱਜਣਗੀਆਂ। ਤੇ ਜ਼ਕਰੀਏ ਖਾਨ ਨੂੰ ਬੰਨ ਪੈ ਗਿਆ ਪਿਸ਼ਾਬ ਦਾ। ਫਿਰ ਭਾਈ ਸ਼ਬੇਗ ਸਿੰਘ ਜਿਹੜੇ ਸਰਕਾਰੀ ਨੌਕਰੀ ਕਰਦੇ ਸੀ, ਸਿੰਘਾਂ ਨਾਲ ਵੀ ਪ੍ਰੇਮ ਰੱਖਦੇ ਸੀ, ਇੱਧਰ ਨੌਕਰੀ ਵੀ ਕਰਦੇ ਸੀ, ਭਾਈ ਸ਼ਬੇਗ ਸਿੰਘ ਅੱਗੇ ਤਰਲੇ ਪਾਏ ਜ਼ਕਰੀਏ ਖਾਨ ਲਾਹੌਰੀ ਸੂਬੇ ਨੇ ਵੀ ਭਾਈ ਸ਼ਬੇਗ ਸਿੰਘਾ ਮੈਨੂੰ ਬੰਨ ਪੈ ਗਿਆ ਵਾ ਤੇ ਮੇਰਾ ਕੋਈ ਯਤਨ ਕਰ, ਸਿੰਘਾਂ ਦੇ ਪਾਸੋਂ ਬਖਸ਼ਾ। ਇਹ ਤਾਰੂ ਸਿੰਘ ਦੇ ਬਚਨਾਂ ਦੇ ਨਾਲ ਇਸ ਤਰ੍ਹਾਂ ਹੋਇਆ। ਫਿਰ ਭਾਈ ਸ਼ਬੇਗ ਸਿੰਘ ਸਿੰਘਾਂ ਦੇ ਜਥੇ ਕੋਲੇ ਪਹੁੰਚਿਆ ਜਿੱਥੇ ਸਿੰਘ ਸਨ, ਸਾਰੀ ਖਬਰ ਦਿੱਤੀ, ਸਾਰਾ ਕੋਈ ਦੱਸਿਆ ਵੀ ਇਸ ਤਰ੍ਹਾਂ ਇਹਨੇ ਜ਼ੁਲਮ ਕਮਾਇਆ, ਤਾਰੂ ਸਿੰਘ ਦਾ ਖੋਪਰਾ ਲਾ ਦਿੱਤਾ। ਸਿੰਘਾਂ ਪੁੱਛਿਆ ਵੀ ਤਾਰੂ ਸਿੰਘ ਨੇ ਕੀ ਬਚਨ ਕੀਤਾ ਸੀ? ਕਹਿੰਦੇ ਉਹਨੇ ਆਖਿਆ ਸੀ ਤੂੰ ਮੇਰੇ ਕੇਸਾਂ ਨੂੰ ਮਾੜਾ ਬੋਲਿਆ, ਤੇਰੇ ਸਿਰ ਵਿੱਚ ਜੁੱਤੀਆਂ ਵੱਜਣਗੀਆਂ। ਫਿਰ ਸਿੰਘਾਂ ਪੰਜਾਂ ਨੇ ਅਰਦਾਸ ਕੀਤੀ, ਕਹਿੰਦੇ ਵੀ ਤਾਰੂ ਸਿੰਘ ਦੇ ਪੈਰਾਂ ਵਾਲਾ ਜੋੜਾ, ਭਾਈ ਤਾਰੂ ਸਿੰਘ ਦੇ ਚਰਨਾਂ ਵਾਲਾ ਜੋੜਾ ਇਹ ਜ਼ਕਰੀਏ ਖਾਨ ਦੇ ਸਿਰ 'ਚ ਮਾਰਿਆ ਜਾਵੇ। ਫਿਰ ਜਦੋਂ ਆਇਆ ਜੋੜਾ ਭਾਈ ਤਾਰੂ ਸਿੰਘ ਦੇ ਚਰਨਾਂ ਨੂੰ ਲਾ ਕਰਕੇ ਜ਼ਕਰੀਏ ਖਾਨ ਨੂੰ ਆਖਿਆ ਵੀ ਸਿੰਘਾਂ ਨੇ ਆ ਬਚਨ ਕੀਤਾ ਵਾ ਕਿ ਸਿਰ ਵਿੱਚ ਜੋੜਾ ਮਾਰਿਆ ਜਾ। ਕਹਿੰਦਾ ਵੀ ਮੇਰੇ ਸਿਰ 'ਚ ਮਾਰ। ਜਦੋਂ ਥੋੜਾ ਥੋੜਾ ਮਾਰਿਆ ਤੇ ਪਿਸ਼ਾਬ ਆਉਣ ਲੱਗਾ, ਇਹਨੂੰ ਬੰਨ ਖੁੱਲਣ ਲੱਗਾ। ਕਹਿੰਦਾ ਵੀ ਸ਼ਬੇਗ ਸਿੰਘਾ ਸੰਗ ਸੰਕੋਚ ਕੋਈ ਨਾ ਕਰ ਤੇ ਜ਼ੋਰ ਨਾ ਮਾਰ, ਮੈਨੂੰ ਆਰਾਮ ਆਉਂਦਾ ਵਾ। ਫਿਰ ਜ਼ੋਰ ਨਾਲ ਜਦੋਂ ਵੱਜਾ 21 ਦਿਨ ਜੁੱਤੀਆਂ ਖਾ ਹੋ ਗਿਆ ਮਗਜ ਖਾਣ ਦਾ ਪੋਲਾ। ਆਖਰ ਦਿਨ ਬਾਈਏ ਨੂੰ ਤੇ ਛੱਡ ਗਿਆ ਖਾਨ ਜ਼ਕਰੀਆ ਚੋਲਾ। ਇਸ ਤਰ੍ਹਾਂ ਕਵੀ ਜਨਾਂ ਨੇ ਲਿਖਿਆ ਵੀ 22ਵੇਂ ਦਿਨ ਫਿਰ ਜ਼ਾਲਮ ਪਾਪੀ ਜਿਹੜਾ ਸੀ ਉਹ ਸਰੀਰ ਤਿਆਗ ਗਿਆ, ਜੁੱਤੀਆਂ ਖਾਂਦਾ ਖਾਂਦਾ ਭਾਈ ਤਾਰੂ ਸਿੰਘ ਜੀ। ਫਿਰ ਸਿੰਘਾਂ ਨੇ ਆ ਕੇ ਦੱਸਿਆ ਵੀ ਭਾਈ ਸਾਹਿਬ ਤੁਹਾਡਾ ਬਚਨ ਪੂਰਾ ਹੋ ਗਿਆ, ਜ਼ਾਲਮ ਮਾਰਿਆ ਗਿਆ। ਚੌਂਕੜਾ ਲਾ ਕੇ ਬੈਠੇ ਹੋਏ ਸੀ ਤੇ ਫਿਰ ਸਿੰਘਾਂ ਨੂੰ ਕਹਿਣ ਲੱਗੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰੋ। ਅਰਦਾਸ ਕੀਤੀ। ਭਾਈ ਤਾਰੂ ਸਿੰਘ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਆਪ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। 22ਵੇਂ ਦਿਨ ਸਰੀਰ ਤੇ ਆ ਗਿਆ, ਖੋਪਰੇ ਲੱਥੇ ਤੋਂ 22ਵੇਂ ਦਿਨ ਜਪਜੀ ਸਾਹਿਬ ਦਾ ਪਾਠ ਕਰਕੇ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਸਿੱਖ ਦੀ ਲਾਜ ਪੱਤ ਰੱਖੀ, ਤੁਸੀਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਆ, ਮਹਾਰਾਜ ਕਿਰਪਾ ਕਰੋ। ਤਾਂ ਫਿਰ ਖਾਲਸੇ ਨੂੰ ਸਿੰਘਾਂ ਨੂੰ ਫਤਿਹ ਬੁਲਾ ਕਰਕੇ ਭਾਈ ਤਾਰੂ ਸਿੰਘ ਸਾਹਿਬ ਜੀ ਸਰੀਰ ਤਿਆਗ ਗਏ। ਕਿੱਡਾ ਵੱਡਾ ਧੀਰਜ ਇਹ ਧਰਮੀ ਨੂੰ ਪ੍ਰਾਪਤ ਹੋਇਆ। ਹੋਰ ਵੀ ਬੇਅੰਤ ਗੁਰੂ ਕੇ ਸਿੰਘ ਇਤਿਹਾਸ ਭਰਿਆ ਪਿਆ ਜਿਨ੍ਹਾਂ ਨੂੰ ਆਪਾਂ ਅਰਦਾਸ ਵਿੱਚ ਚੇਤੇ ਕਰਦੇ ਹਾਂ। ਮਹਾਰਾਜ ਕਹਿੰਦੇ ਫਿਰ ਧਰਮੀ ਜਿਹੜਾ ਉਹ ਪਰਉਪਕਾਰੀ ਹੁੰਦਾ, ਮਨ ਧੀਰਾ
ਤੇ ਧਰਮੀ ਮਨੁੱਖ ਦਾ ਮਨ ਧੀਰਜ ਧਾਰੀ ਹੁੰਦਾ ਹੈ। ਤਦੈ ਧੂਲ ਪੜੈ ਮੁਖ ਮਸਤਕ। ਤਦੇ ਅੱਖਰ ਦੁਆਰਾ ਮਹਾਰਾਜ ਕਹਿੰਦੇ ਭਾਈ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਧੂੜੀ ਸਿੱਖ ਦੇ ਮੁਖ ਤੇ ਪੈਣੀ ਚਾਹੀਦੀ, ਸਿੱਖ ਦੇ ਮਸਤਕ ਤੇ ਪੈਣੀ ਚਾਹੀਦੀ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਧੂੜ, ਸਤ ਸੰਗਤ ਦੇ ਚਰਨਾਂ ਦੀ ਧੂੜ, ਗੁਰਮੁਖਾਂ ਦੇ ਸਿਮਰਨ ਭਜਨ ਕਰਨ ਵਾਲਿਆਂ ਦੇ ਚਰਨਾਂ ਦੀ ਧੂੜੀ ਜਿਹੜੀ ਹੈ ਉਹ ਮੁਖ ਦੇ ਉੱਤੇ ਪਵੇ, ਮਸਤਕ ਦੇ ਉੱਤੇ ਪਵੇ। ਲੇਖ ਹੀ ਬਦਲੇ ਜਾਂਦੇ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਾਰ ਸੰਤਨ ਕੀ ਧੂਰੇ। ਪੰਜਵੇਂ ਪਾਤਸ਼ਾਹ ਵੇਖੋ ਆਪ ਕਹਿ ਰਹੇ ਮਹਾਰਾਜ ਮੈਨੂੰ ਆਪਣੇ ਸੰਤਾਂ ਦੀ ਚਰਨ ਧੂੜੀ ਬਣਾ ਲਓ, ਇੰਨੀ ਨਿਰਮਾਣਤਾ। ਕਿਤੇ ਮਹਾਰਾਜ ਇਹ ਗੱਲ ਕਹਿੰਦੇ ਆ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹ। ਇੰਨੀ ਨਿਮਰਤਾ ਕਹਿੰਦੇ ਆਪਣੇ ਗੁਰਸਿੱਖਾਂ ਦੀ ਮਹਾਰਾਜ ਚਰਨ ਧੂੜੀ ਦੇ ਦਿਓ, ਅਸੀਂ ਪਾਪੀ ਵੀ ਕਲਿਆਣ ਪਾ ਲਈਏ। ਕਿਤੇ ਚੌਥੇ ਪਾਤਸ਼ਾਹ ਫਰਮਾਉਂਦੇ ਆ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੇ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਆਪਣੇ ਪਿਆਰਿਆਂ ਦੀ ਚਰਨ ਧੂੜੀ ਦਿਓ। ਤੇ ਗੁਰਸਿੱਖ ਬੇਨਤੀਆਂ ਕਰਦੇ ਆ ਵੀ ਗੁਰੂ ਸਾਹਿਬ ਦੇ ਚਰਨਾਂ ਦੀ ਧੂੜੀ ਪ੍ਰਾਪਤ ਹੋਵੇ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਧੱਦੈ ਧੂਲ ਪੜੈ ਧੂੜੀ ਪਵੇ, ਮੁਖ ਮਸਤਕ, ਮੁਖ ਦੇ ਉੱਤੇ ਵੀ ਤੇ ਮਸਤਕ ਦੇ ਉੱਤੇ ਵੀ। ਧੂੜੀ ਵਿੱਚ ਹੀ ਇਸ਼ਨਾਨ ਕਰ ਲਓ, ਧੂੜੀ ਵਿੱਚ ਭਾਵਨਾ ਨਾਲ। ਕਿਦੋਂ? ਜਦੋਂ ਸੰਗਤ ਦੀਆਂ ਦਰੀਆਂ ਝਾੜੀਆਂ ਜਾਂਦੀਆਂ, ਜਦੋਂ ਗੁਰੂ ਦਰਬਾਰ ਦੇ ਵਿੱਚ ਝਾੜੂ ਫੇਰਿਆ ਜਾਂਦਾ, ਜਦੋਂ ਝਾੜੂ ਸੰਗਤ ਫੇਰਦੀ ਹੈ ਉੱਥੇ ਸੇਵਾ ਵਿੱਚ ਹਾਜ਼ਰ ਹੋ ਕਰਕੇ ਜਿਹੜੀ ਸੰਗਤ ਦੀ ਚਰਨ ਧੂੜੀ ਉੱਡ ਉੱਡ ਕਰਕੇ ਪੈਣੀ ਹੈ ਆਪਣੇ ਉੱਤੇ, ਗੁਰੂ ਸਾਹਿਬ ਦੀ ਚਰਨ ਧੂੜੀ ਤੱਪੜ ਝਾੜਦਿਆਂ, ਦਰੀਆਂ ਝਾੜਦਿਆਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਧੂੜੀ ਤੇ ਇਸ਼ਨਾਨ ਹੀ ਹੋ ਜਾਂਦਾ। ਤੇ ਇਹ ਇਸ਼ਨਾਨ ਫਿਰ ਪਵਿੱਤਰਤਾ ਬਖਸ਼ਦਾ ਹੈ, ਜਨਮਾਂ ਜਨਮਾਂ ਦੀ ਮੈਲ ਲਾ ਦਿੰਦਾ ਹੈ, ਪਾਪ ਧੋਏ ਜਾਂਦੇ। ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਇਹ ਧੂੜੀ ਵਿੱਚ ਇਸ਼ਨਾਨ ਕਰਨਾ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰਿ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾ। ਨਾਮ ਜਪਣ ਵਾਲਿਆਂ ਦੀ ਚਰਨਾਂ ਦੀ ਧੂੜ ਤਾਂ ਤੀਰਥ ਵੀ ਮੰਗਦੇ ਆ। 68 ਤੀਰਥ ਇਸ ਦੇਸ਼ ਵਿੱਚ 68 ਤੀਰਥ ਵਾ। ਤੀਰਥ ਤਾਂ ਬਹੁਤੇ ਜ਼ਿਆਦੇ ਵੀ ਆ, ਪਰ ਮੁੱਖ ਰੂਪ ਵਿੱਚ 68 ਮੰਨੇ ਹੋਏ ਸਨਾਤਨ ਮਤ। ਤਾਂ 68 ਤੀਰਥਾਂ ਦਾ ਬਹੁਤ ਵਾਰੀ ਗੁਰਬਾਣੀ 'ਚ ਜ਼ਿਕਰ ਆਇਆ। ਚੌਥੇ ਪਾਤਸ਼ਾਹ ਕਹਿੰਦੇ ਉਹਨਾਂ 68 ਤੀਰਥਾਂ ਵਿੱਚੋਂ ਜਿਹੜੇ ਮੁੱਖ ਤੀਰਥ ਵਾ ਨਾ, ਉਹ ਵੀ ਸਾਧੂਆਂ ਦੀ ਚਰਨਾਂ ਦੀ ਧੂੜੀ ਮੰਗਦੇ, ਨਾਮ ਜਪਣ ਵਾਲਿਆਂ ਦੀ ਚਰਨਾਂ ਦੀ ਧੂੜ। ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ, ਧੂਰ ਸਾਧੂ ਕੀ ਤਾਈ। ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤਾਂ ਇਹ ਧੂੜੀ ਤਾਂ ਬਹੁਤ ਥਾਵਾਂ ਤੋਂ ਪ੍ਰਾਪਤ ਹੋ ਜਾਂਦੀ ਹੈ। ਸੰਗਤ ਦੀ ਸੇਵਾ ਕੀਤਿਆਂ ਸੁਭਾਵਕ ਹੀ ਚਰਨ ਧੂੜੀ ਮਿਲ ਜਾਂਦੀ ਹੈ। ਇੱਕ ਕਾਜੀ ਨੇ 10ਵੇਂ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਵੀ ਇਹ ਜੀਵਾਂ ਨੇ ਜਿਹੜੇ ਕਰਮ ਕੀਤੇ ਆਪਣੇ ਕਰਮਾਂ ਦਾ ਫਲ ਹੀ ਭੋਗਣਾ ਹੈ, ਤੇ ਤੁਹਾਨੂੰ ਨਮਸਕਾਰ ਕਰਨ ਦਾ ਕੀ ਲਾਭ ਮਿਲਦਾ ਹੈ? ਤੇ 10ਵੇਂ ਪਾਤਸ਼ਾਹ ਜੀ ਨੇ ਆਖਿਆ ਮੋਹਰ ਮੰਗਾਈ ਸੀ ਤੋਸ਼ੇਖਾਨੇ ਚੋਂ, ਕਹਿੰਦੇ ਇਹਦੇ ਅੱਖਰ ਪੜ੍ਹ ਕੇ ਸੁਣਾਓ। ਕਹਿੰਦਾ ਜੀ ਮੋਹਰ ਪੁੱਠੀ ਆ। ਜਦੋਂ ਸ਼ਾਹੀ ਤੇ ਲਾ ਕੇ ਕਾਗਜ਼ ਤੇ ਲਾ ਦਿੱਤੇ ਮਾਰੇ, ਕਹਿੰਦੇ ਹੁਣ ਪੜ੍ਹ ਕੇ ਵਿਖਾਓ। ਫਿਰ ਪੜ੍ਹ ਕੇ ਜਦੋਂ ਸਪਸ਼ਟੀ ਪੜ੍ਹ ਕੇ ਸੁਣਾ ਦਿੱਤੇ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜਿਹੜੇ ਪੁੱਠੇ ਲੇਖ ਹਨ, ਜਦੋਂ ਕੋਈ ਆ ਕੇ ਗੁਰੂ ਦਰਬਾਰ ਵਿੱਚ ਨਮਸਕਾਰ ਕਰਦਾ ਹੈ ਤੇ ਗੁਰੂ ਚਰਨਾਂ ਦੀ ਧੂੜ ਮੱਥੇ ਤੇ ਲੱਗਦੀ ਹੈ, ਸੰਗਤ ਦੀ ਧੂੜ ਮੱਥੇ ਤੇ ਲੱਗਦੀ ਆ, ਤੇ ਪੁੱਠੇ ਲੇਖ ਸਿੱਧੇ ਵੀ ਹੋ ਜਾਂਦੇ, ਚੰਗੇ ਲਿਖੇ ਵੀ ਜਾਂਦੇ ਆ। ਤੇ ਗੁਰੂ ਸਾਹਿਬ ਅਦਲਾ ਬਦਲੀ ਵੀ ਕਰ ਦਿੰਦੇ, ਲੇਖਾਂ ਦੀ ਬਦਲ ਵੀ ਦਿੰਦੇ ਆ। ਜੇ ਮਾੜੇ ਹੋਣ ਨਾ ਕਰਮ, ਮਾੜੇ ਲੇਖ ਹੋਣ, ਚੰਗੇ ਵੀ ਬਣਾ ਦਿੰਦੇ। ਸ਼ਰਧਾ ਵੀ ਹਿਰਦੇ ਵਿੱਚ ਹੋਵੇ। ਸਤਿਗੁਰ ਸਦਾ ਦਇਆਲ ਹੈ, ਭਾਈ ਬਿਨ ਭਾਗਿਆ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਵੋ ਤਿਹਾ ਫਲ ਪਾਈਐ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਤੇ ਉਹਨਾਂ ਨੂੰ ਵੀ ਦਾਤਾਂ ਮਿਲ ਗਈਆਂ ਜਿਨ੍ਹਾਂ ਨੂੰ ਸਤਿਗੁਰਾਂ ਨੇ ਕਹਿ ਦਿੱਤਾ ਸੀ ਤੁਹਾਡੇ ਕਰਮਾਂ ਵਿੱਚ ਪੁੱਤਰ ਹੈ ਹੀ ਨਹੀਂ। ਮਾਈ ਸੁਲੱਖਣੀ ਨੂੰ ਕਿਹਾ ਸੀ ਨਾ ਤੇਰੇ ਕਰਮਾਂ 'ਚ ਹੈ ਨਹੀਂ,
ਉਹਨੇ ਬੇਨਤੀ ਕਰ ਦਿੱਤੀ, ਇਤਿਹਾਸ ਲੰਮਾ, ਕਿ ਮਹਾਰਾਜ ਕਰਮਾਂ 'ਚ ਹੈ ਨਹੀਂ ਤੇ ਹੁਣ ਲਿਖ ਦਿਓ। ਸਤਿਗੁਰਾਂ ਨੇ ਫਿਰ 7 ਦਿੱਤੇ ਸੀ, 7 ਪੁੱਤਰ। ਇਸੇ ਤਰ੍ਹਾਂ ਭਾਈ ਆਦਮ ਜੀ ਨੂੰ ਚੌਥੇ ਪਾਤਸ਼ਾਹ ਨੇ ਕਿਹਾ ਸੀ, ਤੇਰੇ ਕਰਮਾਂ 'ਚ ਪੁੱਤਰ ਹੈ ਨਹੀਂ, ਪਰ ਤੈਨੂੰ ਭਗਤੀ ਦੀ ਅੰਸ਼ ਵਿੱਚੋਂ ਦੇਣੇ। ਤਾਂ ਬੇਅੰਤ ਦਾਤਾਂ ਜਿਹੜੀਆਂ ਉਹ ਸਾਧ ਸੰਗਤ ਜੀ ਪ੍ਰਾਪਤ ਹੁੰਦੀਆਂ ਹਨ। ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਹੀ ਇੰਨੀ ਕਲਿਆਣਕਾਰੀ ਹੈ। ਤਦੈ ਧੂੜ ਪੜੈ ਮੁਖ ਮਸਤਕ। ਇਸੇ ਤਰ੍ਹਾਂ ਸ਼ਰਧਾ ਰੂਪੀ ਧੂੜ ਜਿਹੜੀ ਹੈ ਉਹ ਹਿਰਦੇ ਰੂਪੀ ਮੁਖ ਦੇ ਵਿੱਚ, ਅੰਤਸ਼ਕਰ ਰੂਪੀ ਮਸਤਕ ਦੇ ਉੱਤੇ ਵੀ ਲੱਗਣਾ ਕਰੇ। ਕੰਚਨ ਭਏ ਮਨੂਰਾ। ਮਨੂਰਾ ਨਾਮ ਹੈ ਗਲੇ ਸੜੇ ਲੋਹੇ ਦਾ। ਮਨੂਰ ਉਹਨੂੰ ਕਹਿੰਦੇ ਆ ਜਿਹੜਾ ਨਿਕੰਮਾ ਲੋਹਾ ਨਾ, ਉਹਨੂੰ ਮਨੂਰ ਕਹਿੰਦੇ ਆ। ਜਿਹੜਾ ਜੰਗਾਲਿਆ ਹੋਇਆ ਨਿਕੰਮਾ, ਕਿਸੇ ਕੰਮ ਨਹੀਂ, ਜਿਹਨੂੰ ਬਸ ਬਾਹਰ ਸੁੱਟ ਦਿੱਤਾ ਜਾਂਦਾ ਵੀ ਇਹ ਗਲਿਆ ਲੋਹਾ ਕਿਸੇ ਕੰਮ ਦਾ ਨਹੀਂ, ਜ਼ਿਆਦਾ ਹੀ ਜੰਗਾਲ ਪਿਆ ਹੋਇਆ ਜੀ। ਮਹਾਰਾਜ ਕਹਿੰਦੇ ਉਹ ਮਨੂਰਾ ਜਿਹੜਾ ਗਲਿਆ ਸੜਿਆ ਲੋਹਾ ਨਾ, ਉਹ ਵੀ ਕੰਚਨ ਸੋਨਾ ਬਣ ਜਾਂਦਾ ਜਦੋਂ ਮੱਥੇ ਦੇ ਉੱਤੇ, ਮੁੱਖ ਦੇ ਉੱਤੇ ਗੁਰੂ ਕੇ ਚਰਨਾਂ ਦੀ ਧੂੜ ਲੱਗ ਜਾਵੇ। ਇੱਥੇ ਗੱਲ ਲੋਹੇ ਦੀ ਨਹੀਂ, ਇੱਥੇ ਗੱਲ ਮਨੁੱਖ ਦੀ ਆ ਕਿ ਮਨੁੱਖ ਵੀ, ਮਨੁੱਖੀ ਸਰੀਰ ਜਿਹੜਾ ਗਲੇ ਸੜੇ ਲੋਹੇ ਦੀ ਤਰ੍ਹਾਂ ਨਾ ਵਕਾਰਾਂ ਦੇ ਵਿੱਚ ਪੈ ਕੇ, ਵਕਾਰੀ ਸੰਗਤ ਵਿੱਚ ਪੈ ਕੇ, ਤੇ ਵਕਾਰਾਂ ਰੂਪੀ ਜੰਗਾਲ ਲੱਗ ਗਿਆ, ਜਿਸ ਨੂੰ ਗਲ ਸੜ ਗਿਆ, ਗਲਿਆ ਲੋਹਾ ਬਣ ਗਿਆ, ਨਿਕੰਮਾ ਲੋਹਾ, ਜੰਗਾਲਿਆ ਲੋਹਾ। ਬਹੁਤ ਜੀਵਨ ਜਿਹੜਾ ਵਾ ਉਹ ਵਕਾਰਾਂ ਦੇ ਵਿੱਚ ਖਚਿਤ ਹੋ ਗਿਆ ਤੇ ਉਹ ਸੋਨੇ ਵਰਗਾ ਬਣ ਜਾਂਦਾ ਵਾ ਗੁਰੂ ਸਾਹਿਬ ਜੀ ਦੀ ਸੰਗਤ ਨਾਲ, ਗੁਰੂ ਸਾਹਿਬ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰਕੇ। ਤਾਂ ਧੂੜੀ ਸਾਧ ਸੰਗਤ ਜੀ ਹਰ ਇੱਕ ਥਾਂ ਤੋਂ ਹੀ ਪ੍ਰਾਪਤ ਹੁੰਦੀ ਹੈ। ਇਹ ਨਹੀਂ ਕਿ ਸੁਭਾਵਿਕ ਕੋਈ ਮਿੱਟੀ ਚੁੱਕ ਕਰਕੇ ਤੇ ਉਹਦੇ ਨਾਲ ਕੋਈ ਨਹਾਉਣਾ। ਸੰਗਤ ਦੀਆਂ ਦਰੀਆਂ ਝਾੜਦੀਆਂ ਇਹੀ ਧੂੜੀ ਵਿੱਚ ਇਸ਼ਨਾਨ ਹੋ ਜਾਂਦਾ। ਝਾੜੂ ਫੇਰਨਾ ਗੁਰੂ ਘਰ ਵਿੱਚ ਇਹੀ ਧੂੜੀ ਵਿੱਚ ਇਸ਼ਨਾਨ। ਫਿਰ ਗੁਰੂ ਘਰ ਦੇ ਵਿੱਚ ਜਿੱਥੇ ਮਹਾਰਾਜ ਸਾਹਿਬ ਜੀ ਦਾ ਸੁੱਖ ਆਸਣ ਕੀਤਾ ਜਾਂਦਾ ਹੈ ਉੱਥੇ ਸਫਾਈ ਰੱਖਣੀ, ਚਾਦਰਾਂ ਝਾੜਨੀਆਂ, ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਪੋਥੀਆਂ ਸਾਹਿਬ ਦੀ ਸਫਾਈ ਕਰਨੀ। ਸਾਡੇ ਘਰਾਂ ਵਿੱਚ ਵੀ ਪੋਥੀਆਂ ਸਾਹਿਬ ਹੁੰਦੀਆਂ, ਗੁਟਕੇ ਸਾਹਿਬ ਹੁੰਦੇ। ਜਿਸ ਕੱਪੜੇ ਦੇ ਵਿੱਚ ਪੋਥੀਆਂ ਸਾਹਿਬ ਸੰਤੋਖ ਕੇ ਰੱਖੀਆਂ ਜਾਂਦੀਆਂ, ਸਮੇਂ ਸਮੇਂ ਨਾਲ ਉਹਦਾ ਇਸ਼ਨਾਨ ਕਰਾਉਂਦੇ ਰਹਿਣਾ। ਉੱਥੇ ਥੱਲੇ ਵਾਲਾ ਕੱਪੜਾ ਸਮੇਂ ਨਾਲ ਬਦਲਦੇ ਰਹਿਣਾ। ਆਪੋ ਆਪਣੇ ਪਿੰਡ ਵਾਲੇ ਗੁਰੂ ਘਰ ਦੇ ਵਿੱਚ ਵੀ ਸੇਵਾ ਦਾ ਧਿਆਨ ਰੱਖਣਾ ਕਿ ਸੁੱਖ ਆਸਣ ਦੇ ਵਾਲੇ ਥਾਂ ਤੇ ਹਫ਼ਤੇ ਵਿੱਚ ਘੱਟੋ ਘੱਟ ਇੱਕ ਵਾਰੀ ਚੰਦੋਆ ਸਾਹਿਬ ਤੇ ਸਾਰੀਆਂ ਚਾਦਰਾਂ ਤੇ ਹੇਠਲੀ ਵਿਛਾਈ ਵੀ ਬਦਲੀ ਜਾਵੇ। ਸੁੱਖ ਆਸਣ ਦੇ ਵਸਤਰ ਵੀ ਬਦਲੇ ਜਾਣ, ਪੋਥੀਆਂ ਸਾਹਿਬ ਦੇ ਵਸਤਰ ਵੀ ਸਮੇਂ ਸਮੇਂ ਨਾਲ ਧੋਤੇ ਜਾਣ, ਝਾੜੇ ਜਾਣ। ਤਾਂ ਉਥੋਂ ਵੀ ਇਹ ਚਰਤ ਧੂੜੀ ਜਿਹੜੀ ਹੈ ਇਹ ਪ੍ਰਾਪਤ ਹੋ ਜਾਂਦੀ ਹੈ ਸੇਵਾ ਕਰਦਿਆਂ ਕਰਦਿਆਂ। ਆਪਣੇ ਘਰਾਂ ਵਿੱਚ ਵੀ ਪੋਥੀਆਂ ਸਾਹਿਬ ਨੂੰ ਸਾਂਭ ਸੰਭਾਲ ਕੇ ਰੱਖਣਾ। ਵਸਤਰ ਜਿਹੜੇ ਉਹ ਸਮੇਂ ਸਮੇਂ ਨਾਲ ਸਫਾਈ ਕਰਕੇ ਧੋ ਕੇ ਪੋਥੀਆਂ ਸਾਹਿਬ, ਗੁਟਕੇ ਸਾਹਿਬ ਉੱਤੇ ਚੜਾ ਕੇ ਰੱਖਣੇ। ਤਾਂ ਇਸ ਤਰ੍ਹਾਂ ਇਹ ਸੇਵਾ ਦੇ ਵਿੱਚੋਂ ਹੀ ਧੂੜ ਦਾ ਜ਼ਿਕਰ ਕਰਦਿਆਂ ਮਹਾਂਪੁਰਖਾਂ ਨੇ, ਗੁਰਮੁਖਾਂ ਨੇ ਬਚਨ ਸੁਣਾਇਆ ਕਿ ਇੱਕ ਸਿੰਘ ਨੇ ਨਾ ਕਥਾ ਸਿੱਖੀ ਜਥੇ ਦੇ ਵਿੱਚ। ਅਰਥ ਪੜ੍ਹ ਲਏ ਗੁਰਬਾਣੀ ਦੇ, ਇਤਿਹਾਸ ਦੇ, ਪਰ ਜਿਸ ਵੇਲੇ ਸਟੇਜ ਤੇ ਬੋਲਦਾ ਹੈ ਤੇ ਉਸ ਵੇਲੇ ਸਾਰਾ ਕੁਝ ਭੁੱਲ ਜਾਂਦਾ। ਚੇਤਾ ਭੁੱਲ ਜਾਂਦਾ ਹੈ ਕਿ ਕੀ ਸੁਣਾਉਣਾ ਹੈ ਤੇ ਕੀ ਬੋਲਣਾ। ਤੇ ਮਹਾਂਪੁਰਖਾਂ ਨੇ ਬਚਨ ਕੀਤਾ ਵੀ ਸਿੰਘਾ ਤੂੰ ਅਰਥ ਤਾਂ ਸਾਰੇ ਪੜ੍ਹ ਲਏ ਆ, ਪਰ ਸੇਵਾ ਸਿਮਰਨ ਵੀ ਨਾਲ ਚਾਹੀਦਾ ਕਰਨਾ। ਸੇਵਾ ਵੀ ਕਰਿਆ ਕਰ, ਸਿਮਰਨ ਵੀ ਕਰਿਆ ਕਰ। ਬੇਨਤੀ ਕੀਤੀ ਮਹਾਰਾਜ ਮਹਾਂਪੁਰਖ ਜਦੋਂ ਸਟੇਜ ਤੇ ਕਥਾ ਕਰਨ ਲੱਗਦਾ ਵਾ ਤੇ ਜੋ ਕੁਝ ਯਾਦ ਕੀਤਾ ਹੁੰਦਾ ਸਾਰਾ ਕੁਝ ਭੁੱਲ ਭੁਲਾ ਜਾਂਦਾ ਵਾ, ਤੇ ਕਿਰਪਾ ਕਰੋ। ਕਹਿਣ ਲੱਗੇ ਤੋਂ ਜਥੇ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, 400-500 ਸਿੰਘ ਹੁੰਦਾ ਸੀ। ਆਸਣ ਲੱਗਣਾ ਤੇ ਪੋਥੀਆਂ ਸਾਹਿਬ ਉੱਚੇ ਥਾਂ ਤੇ ਰੱਖਣੇ। ਪਲੰਗੇ ਦੇ ਹੇਠਾਂ ਵੀ ਇੱਟਾਂ ਰੱਖ ਕਰਕੇ ਪਲੰਗੇ ਨੂੰ ਉੱਚਾ ਕਰਕੇ ਉੱਥੇ ਫਿਰ ਉੱਚੇ ਥਾਂ ਤੇ ਪੋਥੀਆਂ ਸਾਹਿਬ ਰੱਖਣੀਆਂ, ਜਿਹੜੀਆਂ ਪੋਥੀਆਂ ਸਾਹਿਬ ਤੋਂ ਸਾਰੇ ਸਿੰਘ ਸੰਥਿਆ ਪੜ੍ਹਦੇ ਸੀ। ਕਹਿੰਦੇ ਤੇਰੀ ਸੇਵਾ ਇਹ ਆ ਸਾਰੀਆਂ ਪੋਥੀਆਂ ਸਾਹਿਬ ਦੇ ਉੱਤੇ ਸੋ ਇਹ ਘੱਟਾ ਧੂੜੀ ਨਾ ਪਵੇ, ਉਹਨੂੰ ਤੂੰ ਝਾੜਨਾ ਵਾ। ਸਾਰਿਆਂ ਦੇ ਵਸਤਰ ਧੋ ਕਰਕੇ ਚੜਾਉਣੇ ਆ, ਸਮੇਂ ਸਮੇਂ ਨਾਲ ਸਾਫ਼ ਰੱਖਣੇ ਆ। ਤੇ ਫਿਰ ਇਸੇ ਤਰ੍ਹਾਂ ਇਹ ਸਾਰੇ ਜਿਹੜੇ ਵਸਤਰ ਵਾ ਇਹ ਨਵੇਂ ਇਹ ਧੋ ਕਰਕੇ ਚੜਾਉਣੇ ਆ। ਪੋਥੀਆਂ ਸਾਹਿਬ ਤੇ ਸੁਗੰਧੀ ਛਿੜਕਣੀ ਆ।
ਇਹ ਸਾਰੀ ਸਾਂਭ ਸੰਭਾਲ ਕਰਨੀ। ਤੂੰ ਪੋਥੀਆਂ ਸਾਹਿਬ ਦੀ ਇਹ ਸੇਵਾ ਕਰਿਆ ਕਰ। ਉਹਨੇ ਪੋਥੀਆਂ ਸਾਹਿਬ ਦੇ ਉੱਤੇ ਜਿਹੜੀ ਗਰਦ ਪਈ ਹੈ, ਧੂੜੀ ਪਈ ਹੈ, ਉਹ ਸਾਫ਼ ਕਰਨੀ, ਨਾਲੇ ਮੱਥੇ ਤੇ ਲਾਉਣੀ, ਸਾਫ਼ ਕਰਨੀ। ਫਿਰ ਸਾਰੇ ਸਿੰਘਾਂ ਦੇ ਆਸਣ ਝਾੜ ਝਾੜ ਕੇ ਵਿਛਾਉਣੇ। ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਮਹਾਰਾਜ ਦੀ ਮਿਹਰ ਹੋਈ, ਗੁਰਬਾਣੀ ਗੁਰੂ ਦਾ ਇਤਿਹਾਸ ਹਿਰਦੇ ਵਿੱਚ ਵਸਿਆ ਤੇ ਮਹਾਨ ਕਥਾਵਾਚਕ ਬਣਿਆ ਫਿਰ ਸਿੰਘ। ਫਿਰ ਸਾਰਾ ਕੁਝ ਇਹ ਹਿਰਦੇ ਚੁੱਕਰਿਆ ਗਿਆ, ਕੁਝ ਵੀ ਭੁੱਲਦਾ ਨਹੀਂ ਹੈ, ਸਭ ਕੁਝ ਯਾਦ ਹੋ ਗਿਆ। ਤੋ ਇਹ ਸੇਵਾ ਦੇ ਵਿੱਚੋਂ ਦਾਤਾਂ, ਇਹ ਧੂੜੀ ਦੇ ਵਿੱਚੋਂ ਪੋਥੀਆਂ ਸਾਹਿਬ ਤੇ ਵੀ ਧੂੜੀ ਪੈ ਜਾਂਦੀ ਹੈ ਨਾ, ਘੱਟਾ ਪੈ ਜਾਂਦਾ। ਉਹ ਸਾਧ ਸੰਗਤ ਜੀ ਸਾਫ਼ ਸਫਾਈ ਰੱਖਣੀ ਚਾਹੀਦੀ। ਤੋ ਜਿੱਥੇ ਨਾਮ ਸਾਫ਼ ਸਫਾਈ ਹੋਵੇ, ਕਈਆਂ ਥਾਵਾਂ ਦੇ ਤਾਂ ਇਸ ਤਰ੍ਹਾਂ ਵਾ ਵੀ ਮਹਾਰਾਜ ਸਾਹਿਬ ਜੀ ਦੇ ਸੁੱਖ ਆਸਣ ਵਾਲੇ ਥਾਂ ਤੇ, ਪਿੰਡਾਂ ਥਾਵਾਂ ਤੇ ਜਿੱਥੇ ਨਹੀਂ ਜ਼ਿਆਦਾ ਸਫਾਈ ਹੁੰਦੀ, ਉੱਥੇ ਫਿਰ ਕੋੜ ਕਿਰਲੀਆਂ ਅੰਡੇ ਵੀ ਦੇ ਜਾਂਦੀਆਂ, ਜਾਂ ਇਸੇ ਤਰ੍ਹਾਂ ਚੂਹੇ ਵੀ ਜਿਹੜੇ ਉਹ ਵੀ ਗੰਦ ਪਾ ਜਾਂਦੇ। ਉਹ ਉੱਥੇ ਪੂਰੀ ਸਫਾਈ ਰੱਖਣੀ ਚਾਹੀਦੀ ਵੀ ਚੰਦੋਏ ਸਾਹਿਬ ਦੇ ਉੱਤੇ ਘੱਟਾ ਨਾ ਪਵੇ, ਮਹਾਰਾਜ ਸਾਹਿਬ ਜੀ ਦੇ ਵਸਤਰਾਂ ਤੇ ਘੱਟਾ ਨਾ ਪਵੇ। ਉਹ ਜਦੋਂ ਸਫਾਈ ਕਰਨੀ, ਸੁਭਾਵਿਕ ਹੀ ਸਾਨੂੰ ਧੂੜੀ ਪ੍ਰਾਪਤ ਹੋ ਜਾਣੀ ਤੇ ਸਾਡੇ ਲੇਖ ਬਦਲੇ ਜਾਣੇ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਗੁਰੂ ਕੀ ਧੂੜੀ, ਗੁਰਸਿੱਖਾਂ ਦੀ ਧੂੜੀ ਜਦੋਂ ਮੁੱਖ ਤੇ ਮਸਤਕ ਤੇ ਲੱਗਦੀ ਹੈ ਤਾਂ ਫਿਰ ਮਨੂਰ ਗਲਿਆ ਸੜਿਆ ਲੋਹੇ ਦੀ ਤਰ੍ਹਾਂ ਜਿਹੜਾ ਗਲਿਆ ਹੋਇਆ ਜੀਵਨ ਹੈ, ਸੋਨੇ ਵਰਗਾ ਬਣ ਜਾਂਦਾ ਹੈ। ਅੰਗ ਧਰਣੀ ਧਰ ਆਪ ਅਜੂਨੀ। ਇਹ ਭਾਈ ਇਹ ਧਨਤਾ ਦੇ ਯੋਗ ਹੈ। ਧਰਣੀ ਧਰ, ਧਰਣੀ ਨਾਮ ਧਰਤੀ ਦਾ ਹੈ, ਧਰਣੀ ਨੂੰ ਆਸਰਾ ਦੇਣ ਵਾਲਾ, ਧਰਤੀ ਨੂੰ ਆਸਰਾ ਦੇਣ ਵਾਲਾ ਧਨਤਾ ਦੇ ਯੋਗ ਹੈ। ਜਿਸ ਨੇ ਇਹ ਧਰਤੀ ਨੂੰ ਧਾਰਿਆ ਹੋਇਆ, ਆਪਣੇ ਆਸਰੇ ਤੇ ਟਿਕਾਇਆ ਹੋਇਆ। ਇੱਕ ਵਾਰੀ ਸਿੱਧਾ ਨਾਲ ਵਿਚਾਰ ਹੋਈ ਸੀ ਤੇ ਮਹਾਰਾਜ ਕਹਿੰਦੇ ਵੀ ਸਿੱਧੋ ਦੱਸੋ, ਆ ਧਰਤੀ ਕਿਹਦੇ ਆਸਰੇ ਤੇ ਖਲੋਤੀ ਹੈ? ਕਹਿੰਦੇ ਜੀ ਬਲਦ ਨੇ ਚੁੱਕੀ ਹੋਈ ਹੈ ਆਪਣੇ ਸਿੰਘਾਂ ਤੇ। ਆਮ ਸੰਸਾਰੀ ਲੋਕ ਵੀ ਕਈ ਕਹਿ ਦਿੰਦੇ ਆ ਵੀ ਧਰਤੀ ਦੇ ਥੱਲੇ ਨਾ ਇੱਕ ਬਲਦ ਵਾ, ਉਹਨੇ ਸਿੰਘਾਂ ਤੇ ਚੁੱਕੀ। ਕਹਿੰਦੇ ਜਦੋਂ ਥੱਕ ਜਾਂਦਾ ਇੱਕ ਸਿੰਘ ਤੋਂ ਦੂਜੇ ਸਿੰਘ ਤੇ ਕਰਦਾ, ਕਹਿੰਦੇ ਭੁਚਾਲ ਆ ਜਾਂਦਾ। ਸਿੱਧਾ ਨੇ ਵੀ ਆਖਿਆ ਸੀ ਜੀ ਇਹ ਧਰਤੀ ਨੂੰ ਬਲਦ ਨੇ ਚੁੱਕਿਆ ਹੋਇਆ। ਤੇ ਮਹਾਰਾਜ ਕਹਿੰਦੇ ਵੀ ਉਹ ਬਲਦ ਕਿਹਦੇ ਤੇ ਖਲੋਤਾ? ਕਹਿੰਦੇ ਉਹ ਵੀ ਧਰਤੀ ਤੇ। ਕਹਿੰਦੇ ਉਹ ਧਰਤੀ ਕਿਹਨੇ ਚੁੱਕੀ? ਕਹਿੰਦੇ ਹੋਰ ਬਲਦ ਨੇ। ਕਹਿੰਦੇ ਉਹ ਕਿੱਥੇ ਖਲੋਤਾ? ਕਹਿੰਦੇ ਧਰਤੀ ਤੇ। ਸਤਿਗੁਰੂ ਕਹਿੰਦੇ ਨਹੀਂ, ਬਲਦ ਨੇ ਨਹੀਂ ਚੁੱਕੀ, ਧਰਮ ਨੇ ਚੁੱਕੀ ਹੈ ਧਰਤੀ, ਸੱਚ ਨੇ ਚੁੱਕੀ, ਪਰਮੇਸ਼ਰ ਨੇ ਚੁੱਕੀ। ਜਪਜੀ ਸਾਹਿਬ ਚ ਫਰਮਾਇਆ ਧੌਲ ਧਰਮ, ਧੌਲ ਨਾਮ ਬਲਦ ਦਾ। ਉਹ ਧੌਲ ਕਿਹੜਾ ਵਾ? ਧਰਮ ਵਾ। ਧੌਲ ਧਰਮ, ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਤਾਂ ਮਾਰੇ ਕਹਿੰਦੇ ਧਰਤੀਆਂ ਤੇ ਬੇਅੰਤੀਆਂ, ਫਿਰ ਆਖੋਗੇ ਦੂਜੀ ਧਰਤੀ ਥੱਲੇ ਵੀ ਬਲਦ ਆ, ਉਹਦੇ ਅੱਗੇ ਵੀ ਬਲਦ। ਨਹੀਂ, ਇਸ ਤਰ੍ਹਾਂ ਨਹੀਂ। ਧਰਤੀ ਹੋਰ ਪਰ ਹੋਰ ਹੋਰ, ਤਿਸ ਤੇ ਭਾਰ ਤਲੇ ਕਵਣ ਜੋਰ। ਇਹ ਸਾਰਾ ਸੱਚ ਦੇ ਆਸਰੇ ਤੇ ਖਲੋਤੀ ਹੋਈ ਹੈ। ਤਾਂ ਪਰਮੇਸ਼ਰ ਨੇ ਆਸਰਾ ਦਿੱਤਾ ਹੋਇਆ। ਸਤਿਗੁਰੂ ਕਹਿੰਦੇ ਧਨ ਧਰਣੀ ਧਰ ਆਪ ਅਜੂਨੀ। ਉਹ ਆਪ ਜੂਨੀਆਂ ਤੋਂ ਰਹਿਤ ਹੈ, ਜੂਨੀਆਂ ਵਿੱਚ ਨਹੀਂ ਆਉਂਦਾ, ਧਨਤਾ ਦੇ ਯੋਗ ਹੈ। ਤੇ ਉਹ ਧਰਤੀ ਨੂੰ ਆਸਰਾ ਦੇਣ ਵਾਲਾ ਜਿਹੜਾ ਅਜੂਨੀ ਪਰਮੇਸ਼ਰ ਹੈ ਨਾ, ਉਹਦੇ ਨਾਮ ਦੇ ਧਨ ਨੂੰ ਪ੍ਰਾਪਤ ਕਰਨਾ ਚਾਹੀਦਾ। ਨਾਮ ਰੂਪੀ ਧਨ ਇਕੱਠਾ ਕਰੀਏ। ਬੋਲ ਬੋਲ ਸੱਚ ਪੂਰਾ। ਉਹ ਪਰਮੇਸ਼ਰ ਤੋਲਦਾ ਵੀ ਪੂਰਾ ਵਾ ਤੇ ਉਹਦੇ ਬੋਲੇ ਹੋਏ ਬੋਲ ਵੀ ਸੱਚੇ ਆ। ਉਹ ਸੱਚ ਪੂਰਾ ਬੋਲ ਬੋਲਦਾ, ਅਧੂਰਾ ਨਹੀਂ ਬੋਲਦਾ। ਤੇ ਤੋਲਦਾ ਵੀ ਪੂਰਾ। ਤੋਲਣ ਤੋਂ ਭਾਵ ਉਹਦਾ ਇਨਸਾਫ ਪੂਰਾ ਵਾ, ਉਹਦੀ ਤੱਕੜੀ ਪੂਰਾ ਤੋਲਦੀ, ਘੱਟ ਨਹੀਂ ਉਹ ਤੋਲਦਾ। ਜਿਵੇਂ ਮਹਾਰਾਜ ਨੇ ਮੋਦੀਖਾਨੇ 'ਚ ਬੈਠ ਕਰਕੇ ਤੇਰਾ ਤੇਰਾ ਕਹਿ ਕਰਕੇ ਕੁਝ ਹੀ ਸਾਰਿਆਂ ਨੂੰ ਸਭ ਕੁਝ ਦਿੱਤਾ। ਗਰੀਬ ਨਵਾਜ ਸਾਹਿਬ ਜੀ ਸਭ ਦੀਆਂ ਝੋਲੀਆਂ ਭਰੀਆਂ। ਉਹ ਪਰਮੇਸ਼ਰ ਦਾ ਤੋਲ ਮੈਨੇ ਇਨਸਾਫ ਪੂਰਾ ਵਾ, ਵੱਡੀ ਨਹੀਂ ਚੱਲਦੀ, ਰਿਸ਼ਵਤ ਨਹੀਂ ਚੱਲਦੀ। ਗਰੀਬ ਨਵਾਜ ਸਾਹਿਬ ਜੀ ਦਾ ਬਚਨ ਹੈ ਨਾ ਵੀ ਉਸ ਥਾਂ ਦੇ ਉੱਥੇ ਸੱਚੇ ਹੀ ਸੱਚ ਲਿਬੜਾ ਚੁਣ ਵੱਖ ਕੱਢੇ ਜਮਾਲਿਆ, ਥਾਓ ਨਾ ਪਾਇਨ ਕੂੜਿਆਰ ਉਹ ਕਾਲੇ ਦੋਜਕ ਚਾਲਿਆ। ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੇ ਧਰਮ ਬਹਾਲਿਆ। ਤੋਲ ਦਾ ਇਨਸਾਫ ਵੀ ਪੂਰਾ ਹੈ ਤੇ ਬੋਲਦਾ ਵੀ ਸੱਚਾ ਹੈ, ਪੂਰਾ ਬੋਲ ਹੈ ਪਰਮੇਸ਼ਰ ਦਾ। ਇਸੇ ਪ੍ਰਕਾਰ ਜਿਹੜਾ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਧਨ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਉਹ ਵੀ ਭਾਈ ਪੂਰਾ ਤੋਲਦਾ, ਉਹ ਘੱਟ ਨਹੀਂ ਤੋਲਦਾ। ਤੇ ਉਹ ਵੀ ਪੂਰਾ ਬੋਲਦਾ, ਸੱਚ ਬੋਲਦਾ, ਅਧੂਰਾ ਨਹੀਂ ਬੋਲਦਾ ਹੈ। ਗੁਰਮੁਖ ਕਰਤੇ ਕੀ ਮਿਤ ਕਰਤਾ ਜਾਣੈ। ਕਰਤਾ ਜਿਹੜਾ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਅਕਾਲ ਪੁਰਖ, ਉਹਦੀ ਮਿਤ ਮਰਿਆਦਾ ਨੂੰ ਉਹ ਕਰਤਾ ਪੁਰਖ ਆਪ ਹੀ ਜਾਣਦਾ, ਆਪਣੀ ਮਰਿਆਦਾ ਨੂੰ। ਕਹਿ ਜਾਣੈ ਗੁਰ ਸੂਰਾ। ਕਹਿ ਦਾ ਅਰਥ ਹੈ ਜਾਂ ਫਿਰ ਗੁਰੂ ਜੋ ਸੂਰਾ ਹੈ ਨਾ, ਸੂਰਜ ਦੀ ਨਿਆਈ।
ਸੂਰਜ ਪ੍ਰਕਾਸ਼ ਕਰਦਾ ਹੈ ਤੇ ਗੁਰੂ ਵੀ ਸਿੱਖ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਦੇ, ਇਸ ਕਰਕੇ ਗੁਰ ਸੂਰਾ। ਜਾਂ ਫਿਰ ਗੁਰੂ ਸੂਰਜ ਦੀ ਤਰ੍ਹਾਂ ਜੋ ਪ੍ਰਕਾਸ਼ ਕਰਨ ਵਾਲਾ ਹੈ, ਗਿਆਨ ਦਾ ਅੰਧਕਾਰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਸਤਿਗੁਰੂ ਜੀ ਆ। ਗੁਰੂ ਸਾਹਿਬ ਜੀ ਕਰਤੇ ਪੁਰਖ ਦੀ ਮਿੱਤ ਮਰਿਆਦਾ ਨੂੰ ਜਾਣਦੇ। ਸੂਰਾ ਦਾ ਅਰਥ ਸੂਰਮਾ ਵੀ, ਗੁਰੂ ਸੂਰਮਾ ਜਾਣਦਾ ਹੈ ਮਰਿਆਦਾ, ਕਿਉਂਕਿ ਗੁਰੂ ਵਿੱਚ ਤਾਂ ਪਰਮੇਸ਼ਰ ਦੇ ਵਿੱਚ ਫਰਕ ਹੀ ਕੋਈ ਨਹੀਂ। ਉਹ ਵਾਹਿਗੁਰੂ ਦਾ ਹੀ ਸਰਗੁਣ ਸਰੂਪ ਸਤਿਗੁਰੂ ਹੈ। ਨਿਰਗੁਣ ਆਪ ਸਰਗੁਣ ਪਿਓ ਹੀ ਕਲਾ ਧਾਰ ਜਿਨ ਸਗਲੀ ਮੋਹੀ। ਇਸ ਕਰਕੇ ਪਰਮੇਸ਼ਰ ਦੀ ਮਿੱਤ ਮਰਿਆਦਾ ਨੂੰ ਪਰਮੇਸ਼ਰ ਕਰਤਾ ਪੁਰਖ ਆਪ ਜਾਣਦਾ ਹੈ ਜਾਂ ਗੁਰੂ ਸੂਰਮਾ ਜਾਣਦੇ। ਇਹ ਪੰਕਤੀ ਇਸ ਬਾਣੀ ਦਾ ਨਿਤਨੇਮ ਕਰਦੇ ਹੋਇਆ ਸ੍ਰੀ ਅਨੰਦਪੁਰ ਸਾਹਿਬ ਇੱਕ ਸਿੰਘ ਨੇ ਇਹ ਪੰਕਤੀ ਪੜ੍ਹਦਿਆਂ ਹੋਇਆ ਕੈ ਦੀ ਥਾਂ ਤੇ ਕੇ ਪੜ੍ਹ ਦਿੱਤਾ ਸੀ। ਕਰਤੇ ਕੀ ਮਿੱਤ ਕਰਤਾ ਜਾਣੈ, ਕੈ ਜਾਣੈ ਗੁਰ ਸੂਰਾ, ਕੈ ਦੀ ਥਾਂ ਤੇ ਕੇ ਪੜ੍ਹ ਦਿੱਤਾ। ਦਸ਼ਮੇਸ਼ ਪਾਤਸ਼ਾਹ ਜੀ ਨੇ ਆਵਾਜ਼ ਦਿੱਤੀ, ਉੱਤੇ ਚਬਾਰੇ 'ਚ ਸੀ ਮਹਾਰਾਜ ਅੰਮ੍ਰਿਤ ਵੇਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ, ਕਹਿੰਦੇ ਸਿੰਘਾ ਬਾਣੀ ਸੁੱਧ ਪੜ੍ਹ, ਕੈ ਪੜ੍ਹ। ਨਹੀਂ ਸੁਣਿਆ, ਨਾਲ ਦੇ ਸਿੰਘ ਨੂੰ ਭੇਜਿਆ ਕਿ ਜਾ ਉਹਦੇ ਚਪੇੜ ਮਾਰ ਕੇ ਆ। ਚਪੇੜਾਂ ਮਾਰੀਆਂ ਉਹਨੇ। ਜਦੋਂ ਦੀਵਾਨ ਦੀ ਸਮਾਪਤੀ ਹੋਈ ਤੇ ਉਹ ਸਿੰਘ ਨੇ ਆ ਕਰਕੇ ਬੇਨਤੀ ਕੀਤੀ ਵੀ ਮਹਾਰਾਜ ਬਾਣੀ ਪੜ੍ਹਦਿਆਂ ਹੀ ਚਪੇੜਾਂ ਵੱਜਦੀਆਂ। ਸਤਿਗੁਰੂ ਕਹਿੰਦੇ ਨਹੀਂ, ਬਾਣੀ ਪੜ੍ਹਦਿਆਂ ਨਹੀਂ, ਤੇਰੀ ਭੁੱਲ ਨੂੰ ਚਪੇੜਾਂ ਵੱਜੀਆਂ, ਤੂੰ ਗਲਤੀ ਕੀਤੀ ਹੈ। ਫਿਰ ਦੁਬਾਰਾ ਪੜ੍ਹ। ਫਿਰ ਕੈ ਦੀ ਥਾਂ ਤੇ ਕੇ ਹੀ ਪੜ੍ਹਿਆ। ਮਹਾਰਾਜ ਕਹਿੰਦੇ ਸਾਰਾ ਹੀ ਅਨਰਥ ਹੋ ਗਿਆ। ਕੈ ਦਾ ਅਰਥ ਹੈ ਜਾਂ, ਤੇ ਤੂੰ ਕੇ ਪੜ੍ਹ ਦਿੱਤਾ ਜਿਹਦਾ ਭਾਵ ਬਣ ਜਾਂਦਾ ਕੇ ਜਾਣੈ ਗੁਰ ਸੂਰਾ, ਵੀ ਗੁਰੂ ਸੂਰਮਾ ਨਹੀਂ ਜਾਣਦਾ, ਗੁਰੂ ਨੂੰ ਪਤਾ ਹੀ ਕੋਈ ਨਹੀਂ। ਤੇ ਸਿੰਘਾ ਜੇ ਗੁਰੂ ਨੂੰ ਨਹੀਂ ਪਤਾ ਤੇ ਫਿਰ ਸਿੱਖਾਂ ਨੂੰ ਗੁਰੂ ਨੇ ਕੀ ਦੱਸਣਾ ਹੈ, ਸੰਗਤ ਨੂੰ ਕੀ ਸਮਝਾਉਣਾ ਜੇ ਗੁਰੂ ਨੂੰ ਆਪ ਨਹੀਂ ਪਤਾ। ਇਸ ਕਰਕੇ ਮਹਾਰਾਜ ਕਹਿੰਦੇ ਕੈ ਦੀ ਥਾਂ ਤੇ ਕੈ ਪੜ੍ਹਿਆ ਕਰੋ ਤੇ ਕੇ ਦੀ ਥਾਂ ਤੇ ਕੇ ਪੜ੍ਹਿਆ ਕਰੋ। ਨਾਲ ਪਿਆਰੇ ਦਇਆ ਸਿੰਘ ਜੀ ਬੇਨਤੀ ਕੀਤੀ, ਮਹਾਰਾਜ ਜਿਵੇਂ ਆਪ ਜੀ ਨੇ ਇੱਕ ਪੰਕਤੀ ਦੇ ਅਰਥ ਪੜ੍ਹਾ ਦਿੱਤੇ ਆ, ਕਿਰਪਾ ਕਰਕੇ ਸਾਰੀ ਬਾਣੀ ਦੇ ਅਰਥ ਪੜ੍ਹਾਓ। ਤੇ ਉਹ ਜਿਹੜਾ ਸਿੰਘ ਸੀ ਜਿਸ ਨੂੰ ਪਹਿਲਾਂ ਗੁੱਸਾ ਚੜਿਆ ਸੀ, ਮੇਰੇ ਚਪੇੜਾਂ ਵੱਜੀਆਂ, ਉਹਨੇ ਮਾਫੀ ਵੀ ਮੰਗੀ ਕਿ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਅੱਗੇ ਤੋਂ ਧਿਆਨ ਰੱਖ ਕੇ ਪੜਾਂਗਾ। ਸਤਿਗੁਰਾਂ ਨੇ ਕੌਤਕ ਰਚਿਆ ਸਿੱਖਿਆ ਦੇਣ ਵਾਸਤੇ। ਕੋਈ ਵੀ ਕੌਤਕ ਗੁਰੂ ਸਾਹਿਬ ਜੀ ਦਾ, ਉਹਦੇ ਵਿੱਚੋਂ ਮਹਾਰਾਜ ਸਾਹਿਬ ਜੀ ਸਦੀਵੀ ਸਿੱਖਿਆ ਮਿਲਦੀ ਰਹੇ, ਐਸਾ ਕੌਤਕ ਰਚਦੇ। ਜਿਵੇਂ ਕਿੰਨੇ ਕੌਤਕ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਕੀਤੇ ਸੰਸਾਰ ਨੂੰ ਸਿੱਖਿਆ ਦੇਣ ਵਾਸਤੇ। ਇਸੇ ਤਰ੍ਹਾਂ ਇਹ ਮਹਾਰਾਜ ਸਾਹਿਬ ਜੀ ਨੇ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੌਤਕ ਰਚਿਆ ਤੇ ਫਿਰ ਸਿੱਖਿਆ ਦਿੱਤੀ ਵੀ ਬਾਣੀ ਦਾ ਸੁੱਧ ਉਚਾਰਨ ਕੀਤਾ ਜਾਵੇ। ਪਿਆਰੇ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਸਾਰੀ ਬਾਣੀ ਦੇ ਅਰਥ ਪੜ੍ਹਾ ਦਿਓ। ਸਤਿਗੁਰੂ ਕਹਿਣ ਲੱਗੇ ਹੁਣ ਤੇ ਜੰਗਾਂ ਯੁੱਧਾਂ ਦਾ ਸਮਾਂ ਹੈ, ਜਿਸ ਵੇਲੇ ਵਿਹਲੇ ਹੋਵਾਂਗੇ ਜੰਗਾਂ ਯੁੱਧਾਂ ਤੋਂ ਫਿਰ ਸਾਰੀ ਬਾਣੀ ਦੇ ਅਰਥ ਪੜ੍ਹਾਵਾਂਗੇ। ਨਾਲੇ ਪਿਤਾ ਸਤਿਗੁਰੂ ਨਾਵੇਂ ਪਾਤਸ਼ਾਹੀ ਦੀ ਬਾਣੀ ਵੀ ਲਿਖਾਉਣ ਵਾਲੀ ਹੈ ਪਹਿਲੇ ਸਰੂਪ ਦੇ ਵਿੱਚ, ਤੇ ਉਹ ਸਾਰੇ ਸ਼ਬਦ ਤੇ ਭੋਗ ਦੇ ਸ਼ਲੋਕ ਵੀ ਲਿਖਾਵਾਂਗੇ ਤੇ ਸਾਰੀ ਬਾਣੀ ਦੇ ਅਰਥ ਵੀ ਪੜ੍ਹਾਵਾਂਗੇ। ਜਦੋਂ ਮਹਾਰਾਜ ਸਾਹਿਬ ਜੀ ਸਮੇਂ ਦੇ ਨਾਲ ਸਾਬੋ ਕੀ ਤਲਵੰਡੀ ਪਹੁੰਚੇ, ਉੱਥੇ ਫਿਰ ਸਿੰਘਾਂ ਨੇ ਫੇਰ ਬੇਨਤੀ ਕੀਤੀ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਮੇਤ 25 ਸਿੰਘਾਂ ਨੂੰ ਮਹਾਰਾਜ ਨੇ ਇੱਥੇ ਕਰਤਾਰਪੁਰ ਸਾਹਿਬ ਵਿੱਚ ਭੇਜਿਆ ਵੀ ਧੀਰ ਮੱਲੀਆਂ ਦੇ ਪਾਸੋਂ ਉਹ ਪੰਜਵੇਂ ਪਾਤਸ਼ਾਹੀ ਦਾ ਪਵਿੱਤਰ ਸਰੂਪ ਲੈ ਕਰਕੇ ਆਓ, ਜਿਸ ਨੂੰ ਲਿਖਣ ਦੀ ਸੇਵਾ ਭਾਈ ਗੁਰਦਾਸ ਸਾਹਿਬ ਜੀ ਨੇ ਕੀਤੀ ਸੀ, ਜਿਸ ਦਾ ਪਹਿਲਾ ਪ੍ਰਕਾਸ਼ 1604 ਈਸਵੀ ਸਨ ਨੂੰ 1661 ਵਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ ਗਿਆ ਸੀ। ਸਭ ਤੋਂ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪਿਆ ਸੀ। ਜਿਸ ਵੇਲੇ ਬਾਬਾ ਦੀਪ ਸਿੰਘ ਸਾਹਿਬ ਜੀ ਉਹ ਪਾਵਨ ਸਰੂਪ ਲੈਣ ਵਾਸਤੇ ਆਉਂਦੇ ਆ, ਧੀਰ ਮਲੀਏ ਨਾ ਕਰ ਦਿੰਦੇ, ਨਾਲੇ ਕਹਿੰਦੇ ਵੀ 10ਵੇਂ ਪਾਤਸ਼ਾਹ ਆਪ ਗੁਰੂ ਕਹਾਉਂਦੇ, ਆਪੇ ਕਿਉਂ ਨਹੀਂ ਬਾਣੀ ਉਚਾਰ ਲੈਂਦੇ। ਜਦੋਂ ਜਾ ਕੇ ਦੱਸਿਆ ਫਿਰ ਮਹਾਰਾਜ ਸਾਹਿਬ ਜੀ ਮੁਸਕਰਾਏ, ਕਹਿਣ ਲੱਗੇ ਭਾਵੇਂ ਹੋਰ ਵੀ ਸਰੂਪ ਹੈਗੇ ਉਹ ਨਹੀਂ ਹੁਣ ਮੰਗਾਵਾਂਗੇ, ਹੁਣ ਕੰਠੋਂ ਹੀ ਬਾਣੀ ਉਚਾਰਨ ਕਰਾਂਗੇ। ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਲਾਇਆ, ਫਿਰ ਕੰਠੋਂ ਹੀ ਬਾਣੀ ਉਚਾਰਨ ਕੀਤੀ। ਪਹਿਲੇ ਦਿਨ ਹੀ 3 ਬਾਣੀਆਂ ਉਚਾਰਨ ਕਰਕੇ ਜਪਜੀ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਲਿਖਾ ਕੇ ਦੁਪਹਿਰ ਤੋਂ ਬਾਅਦ ਉਹਦੀ ਕਥਾ ਵੀ ਸੁਣਾਈ ਸਿੰਘਾਂ ਨੂੰ। ਇਸ ਤਰ੍ਹਾਂ 9 ਮਹੀਨੇ 9 ਦਿਨ 9 ਘੜੀਆਂ 9 ਪਲ ਦੇ ਵਿੱਚ ਸਾਰੀ ਬਾਣੀ ਮਹਾਰਾਜ ਸਾਹਿਬ ਜੀ ਨੇ ਲਿਖਾਈ। ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ 30 ਰਾਗ ਜਿਹੜੇ ਪਹਿਲੇ ਸੀ ਪੰਜਵੇਂ ਪਾਤਸ਼ਾਹ ਦੇ ਲਿਖਾਏ ਹੋਏ ਉਹ ਵੀ ਲਿਖਾਏ। 31ਵਾਂ ਰਾਗ ਜੈਜਾਵੰਤੀ ਨਾਵੇਂ ਪਾਤਸ਼ਾਹ ਦੇ 4 ਸ਼ਬਦ, ਔਰ ਬਾਕੀ ਸਾਰੇ ਸ਼ਬਦ ਜਿਹੜੇ ਹਨ ਸਾਰੇ 59 ਸ਼ਬਦ ਹਨ ਨਾਵੇਂ ਪਾਤਸ਼ਾਹ ਦੀ ਬਾਣੀ ਦੇ 15 ਰਾਗਾਂ ਵਿੱਚ, 57 ਭੋਗ ਦੇ ਸ਼ਲੋਕ, ਸਾਰੀ ਬਾਣੀ ਲਿਖਾ ਕੇ ਸਾਰੀ ਬਾਣੀ ਦੇ ਅਰਥ ਮਹਾਰਾਜ ਸਾਹਿਬ ਜੀ ਨੇ ਪੜ੍ਹਾਏ। ਸੰਪੂਰਨ ਅਰਥ 48 ਸਿੰਘਾਂ ਨੇ ਸਰਵਣ ਕੀਤੇ, ਸਾਰੇ ਵਿਦੇਹ ਮੁਕਤ ਹੋਏ।
ਬਾਬਾ ਦੀਪ ਸਿੰਘ ਸਾਹਿਬ ਜੀ, ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ, ਤਿੰਨਾਂ ਦੋਵਾਂ ਸਿੰਘਾਂ ਦੇ ਉੱਤੇ ਬੇਅੰਤ ਬਖਸ਼ਾਂ ਕਰਦੇ ਹੋਏ ਮਹਾਰਾਜ ਕਹਿਣ ਲੱਗੇ ਤੁਹਾਡੇ ਤੋਂ ਅਸੀਂ ਟਕਸਾਲਾਂ ਚਲਾਉਣੀਆਂ। ਜਿਵੇਂ ਅਸੀਂ ਇਹ ਬਾਣੀ ਤੁਹਾਨੂੰ ਅਰਥ ਪੜ੍ਹਾਏ ਆ, ਲਿਖਾਏ ਆ, ਵਾਹਿਗੁਰੂ ਬਾਣੀ ਲਿਖਾਈ ਆ, ਅਰਥ ਨਹੀਂ ਸੀ ਲਿਖਾਏ, ਬਾਣੀ ਲਿਖਾਈ ਤੇ ਅਰਥ ਸੁਣਾਏ ਸੀ ਮਹਾਰਾਜ ਸਾਹਿਬ ਜੀ ਨੇ। ਸਿੰਘਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਦੀ ਆਗਿਆ ਹੋਵੇ ਅਰਥ ਲਿਖ ਲੈ ਜਾਣ। ਕਹਿਣ ਲੱਗੇ ਗੁਰਬਾਣੀ ਦੇ ਅਰਥ ਬੇਅੰਤੀ ਬੇਅੰਤਾ, ਇਹ ਜਿੰਨਾ ਕੋਈ ਸ਼ਰਧਾ ਭਾਵਨਾ ਨਾਲ ਗੁਰਬਾਣੀ ਦਾ ਅਭਿਆਸ ਕਰੇਗਾ ਸਾਡੇ ਸਿੰਘਾਂ ਦੀ ਰਚਨਾ ਹੀ ਅਰਥ ਕਰਿਆ ਕਰੇਗੀ। ਤੋ ਐਸੇ ਬਚਨ ਮਹਾਰਾਜ ਸਾਹਿਬ ਜੀ ਨੇ ਕੀਤੇ। ਕਹਿਣ ਲੱਗੇ ਸਾਰੇ ਅਰਥ ਲਿਖੇ ਨਹੀਂ ਜਾ ਸਕਦੇ। ਤੋ ਸਤਿਗੁਰੂ ਜੀ ਨੇ ਅਰਥ ਪੜ੍ਹਾਏ, ਸਿੰਘਾਂ ਨੇ ਕੰਠ ਕੀਤੇ। ਫਿਰ ਸਾਧ ਸੰਗਤ ਜੀ ਇਹ ਮਹਾਰਾਜ ਨੇ ਵਰਦਾਨ ਵੀ ਦਿੱਤੇ ਕਿ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੂੰ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ। ਸਿੰਘਾਂ ਨੇ ਆਖਿਆ ਮਹਾਰਾਜ ਅਸੀਂ ਤੇ ਆਪ ਜੀ ਦੇ ਨਾਲ ਹੀ ਰਹਿਣਾ ਚਾਹੁੰਦੇ ਹਾਂ। ਗਰੀਬ ਨਵਾਜ ਨੇ ਆਖਿਆ ਕਿ ਭਾਈ ਮਣੀ ਸਿੰਘ ਜੀ ਇਹ ਆਨੰਦ ਜਿਹੜਾ ਹੁਣ ਬਣਿਆ ਨਾ, ਤੁਹਾਡਾ ਬੰਦ ਵੀ ਕੱਟਿਆ ਜਾਵੇਗਾ ਤੇ ਆਨੰਦ 'ਚ ਫਰਕ ਨਹੀਂ ਪਵੇਗਾ। ਦੀਪ ਸਿੰਘਾ ਤੁਹਾਡਾ ਸੀਸ ਵੀ ਧੜ ਤੋਂ ਵੱਖਰਾ ਹੋ ਜਾਵੇਗਾ ਦੀਪ ਸਿੰਘਾ, ਤੇ ਆਨੰਦ ਵਿੱਚ ਫਰਕ ਨਹੀਂ ਪਵੇਗਾ। ਇਹ ਸੇਵਾ ਅਖੀਰਲੇ ਸਾਹ ਤੀਕ ਤੁਸੀਂ ਨਿਭਾਉਣੀ, ਗੁਰਬਾਣੀ ਦੀ ਕਥਾ ਕਰਨ ਦੇ, ਗੁਰਬਾਣੀ ਲਿਖਣ ਦੇ, ਗੁਰਬਾਣੀ ਦੇ ਅਰਥ ਪੜ੍ਹਾਉਣ ਦੀ, ਸੰਥਿਆ ਕਰਾਉਣ ਦੀ। ਫਿਰ ਇੱਥੋਂ ਸਾਧ ਸੰਗਤ ਜੀ ਗੁਰੂ ਕੀ ਕਾਂਸ਼ੀ ਹੋਣ ਦਾ ਵਰਦਾਨ ਦਿੱਤਾ ਸਾਬੋ ਕੀ ਤਲਵੰਡੀ ਨੂੰ, ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਸਥਾਨ ਨੂੰ। ਤਾਂ ਮਹਾਰਾਜ ਨੇ ਟਕਸਾਲਾਂ ਚਲਾਈਆਂ। ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਤੋਂ ਟਕਸਾਲਾਂ ਚੱਲੀਆਂ। ਭਾਈ ਮਣੀ ਸਿੰਘ ਜੀ ਸਮੇਂ ਨਾਲ ਅੰਮ੍ਰਿਤਸਰ ਸਾਹਿਬ ਗਏ, ਉੱਥੋਂ ਫਿਰ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਚੱਲੀ। ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਦਮਦਮੀ ਟਕਸਾਲ ਚੱਲੀ, ਜਿਸ ਦਮਦਮੀ ਟਕਸਾਲ ਨੂੰ ਬਾਅਦ ਵਿੱਚ ਭਿੰਡਰਾਂ ਵਾਲਾ ਜਥਾ ਕਹਿ ਕਰਕੇ ਵੀ ਸੰਗਤਾਂ ਯਾਦ ਕਰਦੀਆਂ ਹਨ। ਤੋ ਇਹ ਸਤਿਗੁਰੂ ਜੀ ਨੇ ਇਸੇ ਪੰਕਤੀ ਦਾ ਕਾਰਨ ਬਣਿਆ ਸੀ ਜਿੱਥੋਂ ਤੱਕ ਇਹ ਟਕਸਾਲ ਦਾ ਮੁੱਢ ਵੱਜਦਾ ਹੈ। ਫਿਰ ਗੁਰੂ ਕੀ ਕਾਂਸ਼ੀ ਮਹਾਰਾਜ ਨੇ ਬਣਾਈ, ਸਾਬੋ ਕੀ ਤਲਵੰਡੀ। ਸਤਿਗੁਰੂ ਜੀ ਨੇ ਸਾਰੀ ਬਾਣੀ ਦੇ ਆਪਣੇ ਕੰਠੋਂ ਅਰਥ ਪੜ੍ਹਾਏ। ਤਾਂ ਕਰਤੇ ਪੁਰਖ ਦੀ ਮਰਿਆਦਾ ਨੂੰ ਕਰਤਾ ਪੁਰਖ ਜਾਣਦਾ ਹੈ, ਤੇ ਜਾਂ ਫਿਰ ਕਰਤਾ ਪੁਰਖ ਦਾ ਹੀ ਸਰੂਪ ਗੁਰੂ ਸਾਹਿਬ ਜੀ ਜਾਣਦੇ, ਹੋਰ ਕੋਈ ਨਹੀਂ ਜਾਣ ਸਕਦਾ। ਜੇ ਕੋਈ ਤੀਜਾ ਜਾਣਦਾ ਹੁੰਦਾ ਤੇ ਨਾਲ ਲਿਖ ਦਿੰਦੇ ਮਹਾਰਾਜ ਕਿ ਉਹ ਵੀ ਜਾਣਦਾ ਹੈ। ਸਤਿਗੁਰੂ ਕਹਿੰਦੇ ਨਹੀਂ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਤੋ ਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਧੰਨ ਕਰਨੀ ਤਰਿਆ ਤੇ ਅਜੂਨੀ, ਤੋਲ ਬੋਲ ਸੱਚ ਪੂਰਾ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਵਾਹਿਗੁਰੂ ਜੀ ਕਾ ਖਾਲਸਾ,